ਕਾਂਸ਼ੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦੇ ਨਾਲ ਪਿਛਲੇ ਹਫਤੇ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਨਾਲ ਫਿਰ ਅੱਜ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੀ ਟੀਮ ਮੁਲਾਕਾਤ ਕਰੇਗੀ ਔਰ ਵਾਅਦੇ ਅਨੁਸਾਰ ਅੱਜ ਅਸੀਂ ਫਿਰ ਆਪ ਦੇ ਸਾਹਮਣੇ ਉਪਸਥਿਤ ਹੋਏ ਹਾਂ ਔਰ ਜਿੰਨੇ ਵੀ ਕਾਂਸ਼ੀ ਟੀਵੀ ਦੇਖਣ ਵਾਲੇ ਸਰੋਤੇ ਹਨ ਉਹਨਾਂ ਸਾਰਿਆਂ ਦਾ ਅਸੀਂ ਅੱਜ ਦੇ ਪ੍ਰੋਗਰਾਮ 'ਤੇ ਹਾਰਦਿਕ ਸਵਾਗਤ ਕਰਦੇ ਹਾਂ ਔਰ ਇਸ ਦੇ ਨਾਲ ਨਾਲ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ ਜੈ ਵਾਲਮੀਕੀ। ਔਰ ਇਸ ਦੇ ਨਾਲ ਅਸੀਂ ਕਾਂਸ਼ੀ ਟੀਵੀ ਦਾ ਵੀ ਧੰਨਵਾਦ ਕਰਦੇ ਹਾਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਿ ਜਿਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਇਹ ਜੋ ਫਾਊਂਡੇਸ਼ਨ ਦਾ ਰਿਸਰਚ ਦਾ ਕੰਮ ਹੈ ਸਤਿਗੁਰੂ ਜੀ ਦੀ ਜੀਵਨ 'ਤੇ ਹੋ ਰਿਹਾ ਹੈ ਉਸ 'ਤੇ ਜੋ ਕੰਮ ਹੋ ਰਿਹਾ ਉਸ 'ਤੇ ਆਪ ਦੇ ਨਾਲ ਜੋ ਵੀ ਕੰਮ ਹੋ ਰਿਹਾ ਉਹ ਸਭ ਕੁਛ ਆਪ ਦੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਪ੍ਰੋਗਰਾਮ 'ਤੇ ਔਰ ਅਸੀਂ ਕਾਂਸ਼ੀ ਟੀਵੀ ਦਾ ਧੰਨਵਾਦ ਕਰਦੇ ਹਾਂ। ਔਰ ਅੱਜ ਦੇ ਪ੍ਰੋਗਰਾਮ ਵਿੱਚ ਮੇਰੇ ਨਾਲ ਮੇਰੇ ਖੱਬੇ ਪਾਸੇ ਸਾਡੇ ਅਮਰੀਕ ਪਲਾਹੀ ਜੀ ਪ੍ਰੋਗਰਾਮ ਵਿੱਚ ਹਿੱਸਾ ਪਾ ਰਹੇ ਹਨ ਔਰ ਮੇਰੇ ਸੱਜੇ ਪਾਸੇ ਸਾਡੇ ਸੈਕਟਰੀ ਸਾਹਿਬ ਸਤਪਾਲ ਜੀ ਹਿੱਸਾ ਪਾ ਰਹੇ ਹਨ ਔਰ ਮੈਂ ਤਰਸੇਮ ਕਲਿਆਣ ਹਮੇਸ਼ਾ ਦੀ ਤਰ੍ਹਾਂ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਪਿਆਰੇ ਦਰਸ਼ਕੋ, ਅੱਜ ਦਾ ਜੋ ਪ੍ਰੋਗਰਾਮ ਹੈ ਉਸ ਵਿੱਚ ਅਸੀਂ ਕੁਝ ਪੁਰਾਣੇ ਇਤਿਹਾਸ ਜੋ ਭਾਰਤ ਦੇ ਵਿੱਚ ਗੁਜ਼ਰਿਆ ਹੈ ਔਰ ਉਹ ਕਿਸ ਤਰ੍ਹਾਂ ਆਉਂਦਾ ਹੁਣ ਦਾ ਅੱਜ ਦਾ ਸਮਾਂ ਜੋ ਆਇਆ ਹੈ ਉਸ ਦੇ ਬਾਰੇ ਕੁਝ ਆਪ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਇਸ 'ਤੇ ਜੇ ਅਸੀਂ ਪਿੱਛੇ ਜਾਈਏ ਕਿ ਇੰਡੀਆ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਸਿੰਧੂ ਸਭਿਅਤਾ ਦੇ ਵਿੱਚ ਬੜੇ ਹੀ ਅੱਛੇ ਸਮੇਂ ਗੁਜ਼ਰ ਰਹੇ ਸੀ, ਬੜੀ ਖੁਸ਼ਹਾਲੀ ਸੀ ਔਰ ਇਹ ਜੋ ਆਰੀਆ ਲੋਕ ਜੋ ਇੰਡੀਆ ਦੇ ਵਿੱਚ ਆਏ ਉਹਨਾਂ ਨੇ ਕਿਸ ਤਰ੍ਹਾਂ ਇਹ ਸਾਰੀ ਹਾਲਾਤ ਨੂੰ ਬਦਲ ਕੇ ਰੱਖ ਦਿੱਤਾ। ਜਾਤਾਂ ਪਾਤਾਂ ਦਾ ਉਹਨਾਂ ਨੇ ਕੰਮ ਚਲਾ ਦਿੱਤਾ, ਵਰਨ ਵਿਵਸਥਾ ਆ ਗਈ ਔਰ ਕਈ ਲੋਕ ਸੁਖੀ ਹੋ ਗਏ ਔਰ ਕਈ ਲੋਕਾਂ ਨੂੰ ਦੁਖੀ ਹੋਣਾ ਪਿਆ। ਔਰ ਕਿਸ ਤਰ੍ਹਾਂ ਸ਼ੁਰੂ ਹੋਇਆ ਕਿ ਜੇ ਅਸੀਂ ਇਤਿਹਾਸ ਵੱਲ ਝਾਤੀ ਮਾਰੀਏ ਅਤੇ ਕੁਝ 8000 ਸਾਲ ਪਹਿਲੋਂ ਬਣ ਮਾਨਸ ਜੰਗਲਾਂ ਪਹਾੜਾਂ ਦੇ ਵਿੱਚੋਂ ਭਟਕਦੇ ਫਿਰਦੇ ਸੀਗੇ ਅਤੇ ਉਹ ਫਿਰ ਹੌਲੀ ਹੌਲੀ ਉਹ ਜੋ ਮੂਲ ਨਿਵਾਸੀ ਲੋਕ ਸਨ ਉਹ ਨਦੀਆਂ ਦੇ ਕਿਨਾਰੇ ਆ ਕੇ ਉਹਨਾਂ ਨੇ ਆਪਣੇ ਘਰ-ਬਾਰ ਵਸਾਏ ਔਰ ਵਿਕਾਸ ਸ਼ੁਰੂ ਹੋਇਆ ਔਰ ਮਨੁੱਖ ਵਿਕਾਸ ਕਰਦਾ ਕਰਦਾ ਸਿੰਧੂ ਸਭਿਅਤਾ ਦੇ ਵਿੱਚ ਬਦਲ ਗਿਆ ਔਰ ਇਸ ਸਭਿਅਤਾ ਦੇ ਬਾਰੇ ਜਦੋਂ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸਭਿਅਤਾ ਬੜੀ ਵਿਕਸਿਤ ਅਤੇ ਉੱਚ ਪੱਧਰ ਦੀ ਮੰਨੀ ਜਾਂਦੀ ਹੈ ਔਰ ਇਸ ਨੂੰ ਬੈਬੀਲੋਨੀਆ ਮਿਸਰ ਦੀ ਜੋ ਸਭਿਅਤਾ ਉਹਦੇ ਨਾਲ ਵੀ ਇਹਨੂੰ ਰਲਾਇਆ ਗਿਆ ਕਿਉਂਕਿ ਇਹ ਸਮਕਾਲੀ ਆਪਣੇ ਉਦੋਂ ਸਮਾਂ ਚੱਲ ਰਿਹਾ ਸੀਗਾ। ਔਰ ਫਿਰ ਕੀ ਹੋਇਆ ਕਿ ਇਹ ਜੋ ਲੋਕ ਆਦਿਵਾਸੀ ਲੋਕ ਇਸ ਸਭਿਅਤਾ ਵਿੱਚ ਵਸਦੇ ਸੀ ਉਹਨਾਂ ਦਾ ਫਿਰ ਦੂਸਰੇ ਮੁਲਕਾਂ ਦੇ ਨਾਲ ਉਹਨਾਂ ਨੇ ਵਪਾਰ ਵਗੈਰਾ ਚਲਾਉਣਾ ਸ਼ੁਰੂ ਕਰ ਦਿੱਤਾ ਔਰ ਇਹ ਬਾਹਰ ਜਾਂਦੇ ਸੀਗੇ, ਬਾਹਰੋਂ ਲੋਕ ਇੱਥੇ ਆਉਂਦੇ ਸੀਗੇ। ਪਰ ਦੇਖੋ ਹੁਣ ਕੀ ਹੋਇਆ ਕਿ ਆਰੀਅਨ ਲੋਕ ਫਿਰ ਇੰਡੀਆ ਦੇ 'ਚ ਆਏ। ਹੌਲੀ ਹੌਲੀ ਉਹਨਾਂ ਨੇ ਜੋ ਇਹ ਇੱਕ ਡਿਵਾਈਡ ਐਂਡ ਰੂਲ ਵਾਲੀ ਗੱਲ ਹੈ ਇਹ ਉਹਨਾਂ ਨੇ ਸ਼ੁਰੂ ਕੀਤੀ ਸੀ ਭਾਰਤ ਦੇ ਵਿੱਚ ਅਤੇ ਹੌਲੀ ਹੌਲੀ ਉਹਨਾਂ ਨੇ ਸਾਡੇ ਲੋਕਾਂ ਨੂੰ ਵੰਡ ਕੇ ਕਈਆਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਕਈਆਂ ਨੂੰ ਵੰਡ ਕੇ ਅਤੇ ਫਿਰ ਬੜੇ ਭਾਰੇ ਯੁੱਧ ਹੋਏ ਇੰਡੀਆ ਦੇ ਵਿੱਚ ਅਤੇ ਹੌਲੀ ਹੌਲੀ ਇਹਨਾਂ ਨੇ ਆਰੀਅਨ ਲੋਕਾਂ ਨੇ ਇੰਡੀਆ ਨੂੰ ਕੰਪਲੀਟਲੀ ਇਹਨਾਂ ਨੇ ਟੇਕ ਓਵਰ ਕਰ ਲਿਆ ਅਤੇ ਫਿਰ ਮਨੂ ਸਮ੍ਰਿਤੀ ਸ਼ੁਰੂ ਕੀਤੀ ਇਹਨਾਂ ਨੇ। ਇਹ ਜਾਤ ਪਾਤ ਦਾ ਜੋ
एक कोड है वो चलाया और इस दे नाल नाल वर्ण व्यवस्था जो अज तक इंडिया दे विच हाले भी पुरजोश मशहूर है, उदों तो शुरू हुई है यह। और जो दबे कुचले लोग हैं, चौथे जिहड़े वर्ण दे विच आउंदे, शूद्र कह लो, दलित कह लो, उन्होंने वो हाले भी वो पछड़े हुए लोग, ये आर्यन ने जो एक भारत दे विच एक स्वर्ग काम कर दिता तो उसके नाम उन्होंने नरक, तो स्वर्ग आप उन्होंने संभाल लिया तो साढ़े लोगों को उन्होंने नरक दे विच धकेल दिता। और अज भी ये चल रहा काम। पर देखो जे असी झाती मारीए तो प्रभु परमेश्वर वो परमात्मा बड़ा दयालु है। और समा बीतता गया, समा बीतता गया, समा बीतता गया, वो हालात ओहो जे रहे, पर उस प्रभु परमेश्वर ने दया की थी। और जे असी 14वीं सदी तक आ जाइए तो उदों एक बड़ी वड्डी भारत दे विच एक इंसीडेंट होया कि जिहदे विच वो प्रभु परमेश्वर खुद वो परमात्मा खुद आप वो भारत दे विच वो इंसानी जामा लैके उतरे और उन्होंने जिहड़े पछड़े हुए लोग सीगे इन्हां लई कुछ करन दी कोशिश की। और ये किस तरह होया, अमरीक जी तुसी इहदी सांझ पाओ साडे जो देखण वाले दर्शक हैं। थैंक यू प्रधान जी। कंची टीवी देख रहे सारे दर्शकों को ब्रिटिश रविदासिया हैरीटेज फाउंडेशन वालों हरेक हफ्ते की तरह इस एक बारी फिर सारिਆਂ ਨੂੰ जय गुरुदेव धन गुरुदेव। साथियों, प्रधान जी हुणां ने उस समय की एक लकीर जो खिंची गई सी उन्होंने हाईलाइट करने की कोशिश की है कि 8000 साल पहला जो इतिहास चलिया उहदे बारे दसन की कोशिश की। ये समा जिहड़ा बड़ा बलवान है, ये अपनी रफ्तार ना कदे घट करता है तो ना कदे वध, ये अपनी रफ्तार दे नाल चलदा रहिंदा है तो ना इनू समय नू अज तक कोई रोकण वाला पैदा होया है तो ना ये समा रुकेगा। जदों समा अपनी रफ्तार नाल चलदा रहिंदा है तो फिर समय दे विच हर एक चीज़ बदलती रहिंदी है। बंदे दा पहरावा बदलता है, बंदे दा मिल वर्तन बदलता है, बंदे दी सोच बदलती है, तो बंदा इंसान दुनिया वो एक स्टैप तो दूसरे स्टैप तक जाने लई जो कोशिश की हुंदी है, जिन्हों तरक्की का नाम दिता गया, वो हुंदी है। अज इस युग विच आके इत्थे तक आके गुरुआ महाराज जी के गुरपुरब मना रहे हैं, उन्होंने मुखारबन तो उचारी हुई बाणी उहदा अध्ययन कर रहे हैं, उन्होंने समझण की कोशिश कर रहे हैं, उन्होंने जीवन बारे समझण की कोशिश कर रहे हैं कि उन्होंने जीवन किहो जिहा सीगा। साथियों, जदों गल 14वीं सदी की हुंदी है, ये भारतीय इतिहास दे विच 14वीं सदी का नाम एक हाईलाइट सोच में आउंदा है कि 14वीं सदी विच उन्हां महापुरुषों ने इस धरती ते अवतार धारिया। वो सन सतगुरु नामदेव जी महाराज, सतगुरु कबीर साहब महाराज, सतगुरु रविदास जी महाराज, सतगुरु सैन जी महाराज, तो 15वीं सदी में सतगुरु नानक देव जी महाराज। ये जिहड़ियां शख्सियतां ये कालपुरख परमात्मा का रूप लैके इस संसार ते आए, उन्होंने फिर इस समय नूं बदलने की कोशिश की, पर हुण तक समा किन्ना क बदलिया इहदे विच सानू समझण दी लोड़ है कि जिस तरह प्रधान जी तुसीं कहा कि सानू वर्ण अवस्था विच वंड के सानू एक दूसरे तो वखरा वखरा किया गया, पर असी कई 100 सालों तक भी इस उन्हां दे षड्यंत्र नूं समझ नहीं सके। गुरबाणी ने बेशक सानू समझाउण दी कोशिश की है, पर असी समझण दे योग नहीं बन सके, क्योंकि असी गुरबाणी पढ़न वाले लोग जिस वर्ण अवस्था विच रहिंदे होए असी
ਉਹਨੂੰ ਹੀ ਆਪਣੀ ਹਉਮੈ ਬਣਾ ਕੇ ਅੱਗੇ ਰੱਖਿਆ, ਪਰ ਗੁਰਬਾਣੀ ਨੂੰ ਪੜ੍ਹ ਜ਼ਰੂਰ ਲਿਆ, ਗਾ ਜ਼ਰੂਰ ਲਿਆ, ਸੁਣ ਜ਼ਰੂਰ ਲਿਆ, ਪਰ ਸਮਝਣ ਦੀ ਕਦੇ ਕੋਸ਼ਿਸ਼ ਕੀਤੀ ਹੀ ਨਹੀਂ। ਪਰ ਗੁਰਬਾਣੀ ਇਸ ਜੱਗ ਮੇ ਚਾਨਣ, ਗੁਰਬਾਣੀ ਇਹ ਇੱਕ ਉਹ ਚਾਨਣ ਮਨਾਰਾ ਜਿਹਦਾ ਨਾ ਗੁਰਬਾਣੀ ਦਾ ਇਹਦਾ ਮਤਲਬ ਬਦਲੇਗਾ, ਨਾ ਇਸ ਗੁਰਬਾਣੀ ਦੀ ਸੋਚ ਬਦਲੇਗੀ, ਪਰ ਸ਼ਰਤ ਇਹ ਹੈ ਕਿ ਉਸ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਵਾਲੇ ਲੋਕ ਜਿੰਨਾ ਚਿਰ ਉਸ ਨੂੰ ਚੀਜ਼ ਨੂੰ ਸਹੀ ਤਰੀਕੇ ਨਾਲ ਦੱਸਦੇ ਨਹੀਂ, ਉਹਨਾਂ ਚਿਰ ਇਸ ਗੁਰਬਾਣੀ ਦੀ ਗੱਲ ਜਿਹੜੀ ਹਰ ਇੱਕ ਤੱਕ ਨਹੀਂ ਪਹੁੰਚਣੀ। ਕਿਉਂਕਿ ਜਿਨ੍ਹਾਂ ਗੁਰੂਆਂ ਮਹਾਰਾਜ ਗੁਰੂਆਂ ਪੀਰਾਂ ਨੇ ਅਕਾਲ ਪੁਰਖ ਦੇ ਭੇਜੇ ਹੋਏ ਨੁਮਾਇੰਦਿਆਂ ਨੇ ਬਾਣੀ ਲਿਖੀ ਹੈ, ਉਹਨੇ ਵੀ ਇਸ ਚੀਜ਼ ਨੂੰ ਵਰਨ ਅਵਸਥਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਹਉਮੈ ਨੇ, ਸਾਡੀ ਸੋਚ ਨੇ ਉਸ ਦਾਇਰੇ ਤੋਂ ਬਾਹਰ ਨਿਕਲਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ 14ਵੀਂ ਸਦੀ ਦੇ ਇਹ ਮਹਾਪੁਰਸ਼ ਜਿਨ੍ਹਾਂ ਦੇ ਅੱਜ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਦੇ ਅਸੀਂ ਗੁਣ ਗਾ ਰਹੇ ਹਾਂ, ਉਹਨਾਂ ਦੇ ਜੀਵਨ ਬਾਰੇ ਅਸੀਂ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਥੀਓ, ਜੇ ਅਸੀਂ ਉਹਨਾਂ ਮਹਾਪੁਰਸ਼ਾਂ ਦੀ ਗੁਰਬਾਣੀ ਪੜ੍ਹ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਉਹਨਾਂ ਦੀ ਸੋਚ ਦਾ ਪਤਾ ਲੱਗਦਾ ਕਿ ਉਹ ਕੀ ਚਾਹੁੰਦੇ ਸਨ, ਉਹ ਕੀ ਕਰਨਾ ਚਾਹੁੰਦੇ ਸਨ। ਕਿਉਂਕਿ ਉਹਨਾਂ ਦੀ ਗੁਰਬਾਣੀ ਜਦੋਂ ਪੜ੍ਹ ਕੇ ਸਮਝ ਪੈਂਦੀ ਹੈ ਤਾਂ ਫਿਰ ਸਾਨੂੰ ਉਹਨਾਂ ਦੇ ਜੀਵਨ ਦਾ ਪਤਾ ਲੱਗਦਾ। ਅਮਰੀਕ ਜੀ, ਜਿਹੜੀ ਸੋਚਣ ਵਾਲੀ ਗੱਲ ਇਹ ਆ ਕਿ ਸਾਡੇ ਜੋ ਮਹਾਂਪੁਰਸ਼ ਜਿਨ੍ਹਾਂ ਦੇ ਨਾਮ ਤੁਸੀਂ ਦੱਸਿਆ, ਹਾਂਜੀ, ਸਾਡੇ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਉਹਨਾਂ ਨੇ ਜੋ ਹਾਲਾਤ ਸੀ ਉਹਨਾਂ ਦਾ ਮੁਕਾਬਲਾ ਕੀਤਾ। ਹਾਂਜੀ, ਬਿਲਕੁਲ। ਅਸੀਂ ਉਹਨਾਂ ਨੂੰ ਆਪਣੇ ਗੁਰੂ ਸਾਹਿਬਾਨ ਸਮਝਦੇ ਹਾਂ ਔਰ ਉਹਨਾਂ ਨੂੰ ਮੱਥਾ ਟੇਕਦੇ ਹਾਂ, ਅਸੀਂ ਸਭ ਕੁਝ ਕਰਦੇ ਹਾਂ, ਪਰ ਇਹ ਜੋ ਹਾਲਾਤ ਹਨ ਹਾਲੇ ਵੀ ਵਰਨ ਵਿਵਸਥਾ ਦੇ, ਜੋ ਹਾਲੇ ਹੁਣ ਚਲੋ ਅਸੀਂ ਇਸ ਮੁਲਕ ਦੇ ਵਿੱਚ ਆ ਗਏ। ਹਾਂਜੀ, ਆਪਾਂ ਕੋਲ ਲੈ ਲਈਏ ਜੀ। ਹਾਂਜੀ, ਹੈਲੋ, ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਧੰਨ ਗੁਰਦੇਵ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ, ਹਾਂਜੀ, ਤੁਸੀਂ ਖੜਾ ਪੋਲੀਟੀਕਲ ਜਿਹੜਾ ਸਿੱਖ ਚੈਨਲ ਦੇਖਦੇ ਆ, ਹਾਂਜੀ, ਇਹ ਲੋਕ ਸਾਨੂੰ ਮੁੜ ਕੇ ਉੱਥੇ ਗੁਲਾਮ ਕਰਨਾ ਚਾਹੁੰਦੇ ਆ। ਹਾਂਜੀ ਸਰ, ਥੈਂਕ ਯੂ ਜੀ। ਹਾਂਜੀ, ਜਿਹੜੇ ਬੰਦੇ ਆ ਬੈਠੇ ਨੇ ਗੁਰਬਾਣੀ ਪਹਿਲਾਂ ਲਾਈ ਜਾਂਦੇ ਆ, ਬਾਬੇ ਨਾਨਕ ਦੀ ਬਾਣੀ ਤੋਂ ਉਹ ਪੜ੍ਹਦੇ ਸੱਤੇ ਸੰਤ ਮੁੜ ਕੇ ਫੇਰ ਗੁਲਾਮ ਬਣਾਉਣਾ ਚਾਹੁੰਦੇ ਆ। ਹਾਂਜੀ, ਉਹ ਕਹਿੰਦੇ ਸਾਨੂੰ ਖਾਲਸਤਾਨ ਖਾਸ ਨਹੀਂ ਜੱਟਸਤਾਨ ਚਾਹੀਦਾ। ਹਾਂਜੀ, ਤੁਸੀਂ ਆਪਣਾ ਨਾਮ ਦੱਸੋ ਜੀ, ਕੌਣ ਬੋਲ ਰਹੇ ਜੀ? ਮੇਰਾ ਨਾਮ ਪਖਰਾਮ ਹੈ, ਮੈਂ ਸੋਲਤਾਨ ਤੋਂ ਬੋਲਦਾ। ਜਿਹੜੇ ਲੋਕਾਂ ਨੇ ਜੀਣਾ ਖਰਾਬ ਕੀਤਾ, ਇੱਥੇ ਵੀ ਉਹ ਗੱਲਬਾਤ ਕਰ। ਹਾਂਜੀ, ਹਾਂਜੀ, ਬਿਲਕੁਲ ਜੀ, ਬਿਲਕੁਲ ਜੀ। ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਤੁਸੀਂ ਦੇਖੋ, ਤੁਸੀਂ ਚੈਨਲ ਦੇਖੋ ਇਹਨਾਂ ਦਾ, ਤੇ ਸਾਨੂੰ ਮੁੜ ਕੇ ਗੁਲਾਮ ਬਣਾਉਣਾ ਚਾਹੁੰਦੇ ਆ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਆ। ਤੁਸੀਂ ਦੇਖੋ ਜਾ ਕੇ ਵੋਟਾਂ ਕਿੰਨੇ ਪਾਉਂਦੇ, ਜਾ ਕੇ ਕਿੰਨਾ ਝੂਠ ਬੋਲਦੇ ਆ। ਬਿਲਕੁਲ ਜੀ, ਬਿਲਕੁਲ। ਸਾਨੂੰ ਮੁੜ ਕੇ ਗੁਲਾਮ ਬਣਾਉਂਦੇ ਆ। ਹਾਂਜੀ, ਸਾਨੂੰ ਭੁੱਲ ਜਾਓ, ਇਹਨਾਂ ਨੂੰ ਆਪਣੀ ਬਾਣੀ ਨੂੰ ਯਾਦ ਰੱਖੋ। ਇਹਨਾਂ ਬਹੁਤ ਗੁਰੂ ਗ੍ਰੰਥ ਵਿੱਚੋਂ ਕੱਢ ਦਿਓ ਸਾਡੀ ਬਾਣੀ। ਬਿਲਕੁਲ, ਇਹ ਖਾਲਸਾ ਨੇ ਜੱਟਸਤਾਨ ਚਾਹੁੰਦੇ ਆ, ਅਸੀਂ ਅੰਮ੍ਰਿਤ ਛਕ ਲੈਂਦੇ ਆ, ਸਾਨੂੰ ਫੇਰ ਵੀ ਨਹੀਂ ਕਹਿੰਦੇ। ਹਾਂਜੀ, ਹਾਂਜੀ, ਹਾਂਜੀ ਸਿੰਘ ਸਾਹਿਬ, ਆਪਾਂ ਮਿਹਰਬਾਨੀ ਕਰਦਾ, ਪਲੀਜ਼ ਇਹਨਾਂ ਕੋਲੋਂ ਪਿੱਛਾ ਛੁਡਾਓ ਕਿਸੇ ਤਰ੍ਹਾਂ, ਇਹ ਤੁਹਾਨੂੰ ਮੁੜ ਕੇ ਉੱਥੇ ਬਾੜਨਾ। ਦੇਖੋ ਖਾਲਸਾ ਨਹੀਂ ਮੰਗਦੇ। ਹਾਂਜੀ, ਤੁਹਾਨੂੰ ਮੁੜ ਕੇ ਗੁਲਾਮ ਕਰਨਾ ਚਾਹੁੰਦੇ ਆ। ਹਾਂਜੀ, ਧੰਨਵਾਦ ਵੀਰ ਜੀ, ਤੁਹਾਡੇ ਆਪਣੇ ਤੁਸੀਂ ਵਿਚਾਰ ਸਾਂਝੇ ਕੀਤੇ ਹਨ। ਹਾਂਜੀ, ਹਾਂਜੀ, ਇਹ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜਿਸ ਨੂੰ ਸੱਟ ਲੱਗਦੀ ਹੈ, ਚੋਟ ਲੱਗਦੀ ਹੈ, ਉਹ ਹਾਏ ਜ਼ਰੂਰ ਕਹਿੰਦਾ ਹੈ। ਹਾਂਜੀ, ਹੈ ਕਿ ਉਹ ਦਰਦੋਂ ਬਗੈਰ ਦਿਲ ਵਿੱਚ ਵਾਲਾ ਨਹੀਂ ਉੱਠਦਾ। ਬਿਲਕੁਲ ਜੀ, ਬਿਲਕੁਲ। ਹਾਂ, ਰਹੀ ਗੱਲ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਸ ਸਮੇਂ ਵਿੱਚ ਆਏ, ਬੜੇ ਭਿਆਨਕ ਸਮੇਂ ਸੀ। ਜਿਸ ਤਰੀਕੇ ਨਾਲ ਪ੍ਰਧਾਨ ਜੀ ਹੁਣੀ ਇਹ ਗੱਲ ਬੜੀ ਵਧੀਆ ਤਰੀਕੇ ਨਾਲ ਸਮਝਾਈ ਹੈ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਦਲਦੇ ਹੋਏ 8000 ਸਾਲਾਂ ਤੋਂ ਚੱਲਦੇ 14ਵੀਂ ਸਦੀ ਤੱਕ ਇਹ ਹਾਲਾਤ ਵਿਗੜਦੇ ਆ ਰਹੇ ਸੀ। ਤੇ 14ਵੀਂ ਸਦੀ ਦੇ ਵਿੱਚ ਜਿਹੜੀ ਗੱਲ ਕਰ ਰਹੇ ਹਾਂ, ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਹਨ। ਪੂਰੇ ਸੰਸਾਰ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਏ ਜਾ ਰਹੇ ਹਨ। ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ
ਦੇ ਪਲੇਟਫਾਰਮ ਤੋਂ ਆਪਾਂ ਇਸ ਗੁਰਪੁਰਬ ਦੇ ਦੌਰਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕੁਝ ਜੀਵਨ 'ਤੇ ਚਾਨਣਾ ਪਾਈਏ ਕਿ ਉਹਨਾਂ ਨੇ ਇਹ ਭਿਆਨਕ ਹਾਲਾਤਾਂ ਨੂੰ ਕਿਸ ਤਰੀਕੇ ਦੇ ਨਾਲ ਬਦਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਜੇ ਉਹ ਆਪ ਬਦਲਾਉਣਾ ਚਾਹੁੰਦੇ ਤਾਂ ਬਦਲਾ ਸਕਦੇ ਸੀ, ਪਰ ਲੰਮੇ ਸਮੇਂ ਦੇ ਲਈ ਮਹਾਰਾਜ ਜੀ ਦੀ ਬਾਣੀ ਇਹ ਸਾਡੇ ਨੂੰ ਦੇ ਕੇ ਗਏ ਨੇ। ਸਾਨੂੰ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਤੁਸੀਂ ਆਪਣੇ ਹਾਲਾਤ ਆਪ ਸੁਧਾਰਨੇ ਹਨ। ਬਿਲਕੁਲ ਜੀ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਆਪਾਂ ਦੇਖਦੇ ਹਾਂ ਕਿ ਇਹ ਬੜੇ ਮੁਸ਼ਕਿਲ ਸਮਿਆਂ ਦੇ ਵਿੱਚ ਉਹ ਅਕਾਲ ਪੁਰਖ ਆਪ ਇਨਸਾਨ ਦਾ ਜਾਮਾ ਧਾਰ ਕੇ ਉਸ ਵਰਨਾਂ ਦੇ ਵਿੱਚ ਉਹਨਾਂ ਨੇ ਜਨਮ ਧਾਰਿਆ ਜਿਹੜੇ ਸਭ ਤੋਂ ਜ਼ਿਆਦਾ ਦੁਖੀ ਲੋਕ ਸਨ। ਬਿਲਕੁਲ ਹਾਂ। ਜਿੱਥੇ ਕਿ ਉਹਨਾਂ ਮਹਾਪੁਰਸ਼ਾਂ ਨੇ ਦੁੱਖ ਤਕਲੀਫਾਂ ਝੱਲੀਆਂ ਔਰ ਉਹ ਝੱਲਦੇ ਹੋਏ ਆਪਣਾ ਦਰਜਾ ਕਾਇਮ ਰੱਖਿਆ, ਆਪਣੀ ਅੰਦਰੂਨੀ ਜਿਹੜੀ ਉਹਨਾਂ ਦੀ ਸੀ ਆਤਮਾ ਉਹਨੂੰ ਕਾਇਮ ਰੱਖਿਆ, ਔਰ ਇਹਨਾਂ ਦੇ ਨਾਲ ਯੁੱਧ ਲੜਦੇ ਰਹੇ ਜੋ ਹਾਲਾਤ ਇਨਸਾਨ ਦੇ ਲਈ ਮੁਸ਼ਕਲਾਂ ਬਣ ਚੁੱਕੇ ਸਨ। ਬਿਲਕੁਲ ਜੀ। ਹਾਂਜੀ ਸੈਕਟਰੀ ਸਾਹਿਬ, ਇੱਕ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਦੇਖੋ ਉਹਨਾਂ ਕੋਲ ਉਹਨਾਂ ਦੇ ਪਿੱਛੇ ਕੋਈ ਵੱਡੀ ਫੌਜ ਨਹੀਂ ਸੀ। ਬਿਲਕੁਲ ਨਹੀਂ। ਨਾ ਉਹਨਾਂ ਕੋਲ ਕੋਈ ਹਥਿਆਰ ਸੀ। ਬਿਲਕੁਲ ਜੀ। ਔਰ ਨਾ ਹੀ ਉਹਨਾਂ ਨੇ ਕੋਈ ਲੜਾਈ ਝਗੜਾ ਇਹੋ ਜਿਹੀ ਕੋਈ ਗੱਲ ਕੀਤੀ ਉਹਨਾਂ ਨੇ। ਜਿਹੜਾ ਰੈਵੋਲੂਸ਼ਨ ਪ੍ਰਧਾਨ ਜੀ ਇਹਨਾਂ ਮਹਾਪੁਰਸ਼ਾਂ ਨੇ ਲਿਆਂਦਾ ਉਹ ਹਥਿਆਰਾਂ ਵਾਲਾ ਰੈਵੋਲੂਸ਼ਨ ਨਹੀਂ ਸੀ। ਜਦੋਂ ਆਪਾਂ ਦੇਖਦੇ ਹਾਂ ਹਾਲਾਤ ਕੀ ਸੀ, ਉਸ ਸਮੇਂ ਦਾ ਇੱਕ ਰਾਜਾ ਦੂਸਰੇ ਰਾਜੇ 'ਤੇ ਵਿਰਾਸਤ 'ਤੇ ਹਮਲਾ ਕਰ ਲੈਂਦਾ ਹੈ। ਇੱਕ ਰਾਜਾ ਜਿੱਤ ਜਾਂਦਾ ਸੀ, ਪਰ ਇੱਕ ਦਿਨ ਇਹੋ ਜਿਹਾ ਆਉਂਦਾ ਸੀ ਉਹ ਜਿੱਤਿਓ ਰਾਜੇ ਉੱਤੇ ਵੀ ਹਮਲਾ ਕਰਨ ਵਾਲਾ ਕੋ ਆ ਜਾਂਦਾ ਸੀ। ਪਰ ਇਹ ਮਹਾਂਪੁਰਸ਼ਾਂ ਨੇ ਜਿਹੜੀ ਇਨਕਲਾਬ ਲਿਆਂਦਾ, ਜਿਹੜਾ ਇਹਨੇ ਯੁੱਧ ਲੜਿਆ, ਉਹ ਯੁੱਧ ਨੂੰ ਕੋਈ ਢਾਉਣੇ ਵਾਲਾ ਨਹੀਂ ਹੈ, ਕਿ ਇਹਨਾਂ ਨੇ ਜਿਹੜੀ ਲਿਆਂਦੀ ਇੱਕ ਚੇਂਜ ਲਿਆਂਦੀ। ਉਹਨਾਂ ਨੇ ਇੱਕ ਮੈਂਟਲ ਚੇਂਜ ਲਿਆਂਦੀ। ਦੱਬੇ ਕੁਚਲੇ ਲੋਕਾਂ ਦੇ ਅੰਦਰ ਉਹ ਮਨਾਂ ਦੇ ਵਿੱਚ ਚੀਜ਼ ਪਾਈ ਕਿ ਜਿਨ੍ਹਾਂ ਮੰਦਰਾਂ ਦੇ ਵਿੱਚੋਂ, ਜਿਨ੍ਹਾਂ ਧਾਰਮਿਕ ਸਥਾਨਾਂ ਦੇ ਵਿੱਚ ਤੈਨੂੰ ਵੜਨ ਨਹੀਂ ਦਿੱਤਾ ਜਾਂਦਾ, ਕਿ ਤੈਨੂੰ ਨੀਚ ਦਾ ਤਪਾ ਲਾ ਦਿੱਤਾ। ਉਹਨਾਂ ਮਹਾਪੁਰਸ਼ਾਂ ਨੇ ਇੱਕ ਇਹ ਚੀਜ਼ ਸਿਖਾਈ ਵੀ ਤੇਰੀ ਜਿਹੜੀ ਮੁਕਤੀ ਦਾ ਕਾਰਨ ਹੈ ਉਹ ਤੇਰੇ ਅੰਦਰ ਵਸਦਾ ਹੈ, ਤਾਂ ਉਹ ਅੰਦਰ ਵਾਲੀ ਟਰੈਵਲ ਜਰਨੀ ਉਹਨਾਂ ਨੇ ਦਿਖਾਈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਛੋਟੀ ਅਵਸਥਾ ਦੇ ਵਿੱਚ ਹੀ, ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇਹ ਦੋ ਚੀਜ਼ਾਂ ਦਾ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਸੀ। ਬੇਸ਼ੱਕ ਉਹ ਨੀਵੀਆਂ ਜਾਤਾਂ ਦੇ ਵਿੱਚ ਪੈਦਾ ਹੋਏ ਸੀ ਪ੍ਰਧਾਨ ਜੀ, ਉਹਨਾਂ ਨੇ ਇੱਕ ਉਹਨਾਂ ਦੀ ਜਿਹੜੀ ਕੀ ਦਿਖਾਇਆ, ਉਹਨਾਂ ਨੇ ਇੱਕ ਉਸ ਪਿਤਾ ਪਰਮਾਤਮਾ ਦੇ ਨਾਲ ਅੰਦਰੋਂ ਰਿਸ਼ਤਾ ਜੋੜਨ ਦੀ ਸਾਨੂੰ ਇੱਕ ਸਿੱਖਿਆ ਦਿੱਤੀ ਕਿ ਤੇਰੇ ਅੰਦਰੋਂ ਉਹ ਪਰਮਾਤਮਾ ਦੇ ਨਾਲ ਇਹ ਦਿਲ ਦਾ ਰਿਸ਼ਤਾ ਉਹਦੇ ਨਾਲ ਜੋੜਨਾ ਪਵੇਗਾ, ਫਿਰ ਤੇਰੀ ਮੁਕਤੀ ਹੋ ਸਕਦੀ, ਤੇਰਾ ਕਲਿਆਣ ਹੋ ਸਕਦਾ, ਤੂੰ ਇਹ ਦੁੱਖਾਂ ਦੇ ਵਿੱਚੋਂ ਉੱਠ ਸਕਦਾ ਹੈ। ਦੇਖੋ ਹਾਂਜੀ, ਇਸ ਤਰੀਕੇ ਦੀ ਇਹਨਾਂ ਦੀ ਬਾਣੀ। ਔਰ ਦੇਖੋ, ਔਰ ਜਾਤ ਪਾਤ ਦੀ ਨਫ਼ਰਤ ਦੇ ਖਿਲਾਫ ਸਤਿਗੁਰੂ ਨੇ ਬਹੁਤ ਛੋਟੀ ਉਮਰ ਦੇ ਵਿੱਚੋਂ ਹੀ ਇਹ ਗੱਲਾਂ ਉਹਨਾਂ ਨੇ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਹਨਾਂ ਨੇ ਇੱਕ ਬਰਾਬਰਤਾ, ਜਿਹਨੂੰ ਅੱਜ ਅਸੀਂ ਇਕੁਐਲਿਟੀ ਕਹਿ ਦਿੰਦੇ ਹਾਂ, ਉਹਨਾਂ ਨੇ ਇੱਕ ਸੋਸ਼ਲ ਜਸਟਿਸ ਦੀ ਆਵਾਜ਼ ਉਠਾਈ ਕਿ ਹਰੇਕ ਇਨਸਾਨ ਇੱਕ ਬਰਾਬਰ ਹੈ। ਇੱਕ ਬਰਾਬਰ ਕਿਉਂ ਹੈ ਪ੍ਰਧਾਨ ਜੀ? ਅਸੀਂ ਇੱਕੋ ਜਿਹੇ ਕਿਉਂ ਹੈ? ਗੁਰੂ ਮਹਾਰਾਜ ਦੀ ਬਾਣੀ ਔਰ ਮਹਾਂਪੁਰਸ਼ਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਸਾਰੇ ਦੇ ਸਾਰੇ ਇਨਸਾਨ ਇਸ ਧਰਤੀ 'ਤੇ ਮਾਤਾ ਦੀ ਕੁੱਖ ਤੋਂ ਜਨਮ ਲੈ ਕੇ ਆਉਂਦੇ ਹਾਂ। ਆਪਣਾ ਸਮਾਂ ਕੋਈ ਘੜੀਆਂ ਬੀਤਦਾ ਹੈ, ਕੋਈ ਮਹੀਨੇ, ਕੋਈ ਸਾਲ ਬੀਤ ਕੇ ਫਿਰ ਅਸੀਂ ਸਾਰੇ ਦੇ ਸਾਰੇ, ਕੋਈ ਕਿਸੇ ਵੀ ਜਾਤ ਵਿੱਚ ਤੁਸੀਂ ਪੈਦਾ ਹੋਏ ਹਾਂ, ਫਿਰ ਅਸੀਂ ਮੌਤ ਦੇ ਰਾਸਤੇ ਦੀ ਗੁਜ਼ਰ ਜਾਂਦੇ ਹਾਂ। ਇਹ ਇੰਨੀ ਕੁ ਉਹਨਾਂ ਨੇ ਬਰਾਬਰਤਾ ਦਿਖਾਈ ਹੈ। ਪਰ ਉਸ ਇੱਕੋ ਹੀ ਪਰਮਾਤਮਾ ਦੀ ਸਾਰੇ ਅੰਸ਼, ਜਿਹੜੀ ਉਹਨਾਂ ਦੇ ਸਾਰਿਆਂ ਨੂੰ ਇਹ ਗੱਲ ਦੱਸੀ ਹੈ ਜੀ। ਦੇਖੋ ਪ੍ਰਧਾਨ ਜੀ, ਇਹ ਗੱਲ ਜਿਹੜੀ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਏਕ ਪਿਤਾ ਏਕ ਕੇ ਹਮ ਬਾਰਕ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਉਹਨੂੰ ਸਮਝਦੇ ਨਹੀਂ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਫਿਰ ਜਿੱਦਾਂ ਸੈਕਟਰੀ ਸਾਹਿਬ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਜਿਹੜੀ ਸੋਚ ਆ ਉਹਨੂੰ ਆਪ ਬਦਲਣਾ ਪਏਗਾ। ਹਰ ਇਨਸਾਨ ਨੂੰ ਆਪਣੀ ਸੋਚ ਨੂੰ ਆਪ ਬਦਲਣਾ ਪਏਗਾ, ਕਿਉਂਕਿ ਸਤਿਗੁਰੂ ਫਰੀਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਲੇਠੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਉਹ ਕਹਿੰਦੇ ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ,
ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਤੇ ਫਿਰ ਸਤਿਗੁਰੂ ਫਰੀਦ ਸਾਹਿਬ ਮਹਾਰਾਜ ਇੱਥੇ ਤੱਕ ਕਹਿੰਦੇ ਹਨ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਇਹ ਸਤਿਗੁਰੂ ਫਰੀਦ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਦੀ ਪਲੇਠੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ 8ਵੀਂ ਸਦੀ ਦੀ, ਕਹਿੰਦੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੇਵਾਨ ਮੇ ਸਿਰ ਨੀਵਾਂ ਕਰਕੇ ਦੇਖ। ਉਹ ਕਹਿੰਦੇ ਜਦੋਂ ਤੂੰ ਆਪਣੇ ਵੱਲ ਦੇਖੇਗਾ ਨਾ ਤਾਂ ਤੈਨੂੰ ਆਪਣੀਆਂ ਕਮੀਆਂ ਜਿੰਨਾ ਚਿਰ ਦਿਸਦੀਆਂ ਨਹੀਂ ਉਨੀਆਂ ਚਿਰ ਤੈਨੂੰ ਲੋਕਾਂ ਦੀਆਂ ਕਮੀਆਂ ਲੱਭਣ ਦੀ ਕੋਈ ਜ਼ਰੂਰਤ ਨਹੀਂ। ਸਾਡੇ ਕੋਲ ਕਾਲ ਆ ਰਹੀ ਹੈ ਜੀ, ਕਾਲ ਲੈ ਲਈਏ। ਹੈਲੋ, ਹਾਂਜੀ, ਜੈ ਗੁਰਦੇਵ ਜੀ, ਕੌਣ ਬੋਲ ਰਹੇ ਜੀ? ਹੈਲੋ, ਜੈ ਗੁਰਦੇਵ ਜੀ, ਮੈਂ ਰਾਜ ਮਾਨਕ ਬੋਲਦਾ। ਹਾਂਜੀ ਮਾਨਕ ਸਾਹਿਬ, ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਸੋ ਤਿੰਨਾਂ ਵੀਰਾਂ ਨੂੰ ਜੈ ਗੁਰਦੇਵ। ਜੈ ਗੁਰਦੇਵ। ਧੰਨ ਗੁਰਦੇਵ ਜੀ। ਹਾਂਜੀ, ਥੈਂਕ ਯੂ ਜੀ। ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਆ, ਬੜੀ ਵਧੀਆ ਨੌਲੇਜ ਮਿਲ ਰਹੀ ਆ। ਥੈਂਕ ਯੂ ਜੀ। ਬਾਕੀ ਹਾਲਾਤ ਇਹ ਆ ਹਾਂਜੀ, ਕਿ ਗੁਰਬਾਣੀ ਦੀ ਗੱਲ ਤਾਂ ਹੁੰਦੀ ਆ। ਤੁਹਾਡੀ ਆਵਾਜ਼ ਥੋੜੀ ਕੱਟ, ਮਾਨਕ ਸਾਹਿਬ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ ਜੀ, ਪਲੀਜ਼। ਜਿਹੜੇ ਮਹਾਂਪੁਰਖ ਹੋਏ ਜਿਹੜੀ ਚੀਜ਼ ਉਹਨਾਂ ਤੋਂ ਬਾਅਦ ਬਣੀ ਉਹਦੇ ਵਿੱਚ ਦੀ ਉਹਨਾਂ ਨੂੰ ਦੇਖਣਾ, ਉਹ ਬਣੇ ਉਹ ਐਕਟਰ ਦੇਖਣਾ। ਮਾਨਕ ਸਾਹਿਬ ਉਹ ਪਹਿਲਾਂ ਹੀ ਹੈਗਾ ਉਹਦੇ ਬਾਅਦ ਗੁਰੂ ਗ੍ਰੰਥ ਸਾਹਿਬ ਬਾਣੇ ਦੀ ਜਾਂ ਹੋਰ ਬਾਣੀਆਂ ਬਾਣੇ ਦੀ ਇੱਕ ਬਣ ਗਈ। ਹਾਂਜੀ, ਕਿਉਂਕਿ ਅੱਜ ਇਹੀ ਪਿਕਚਰ ਪਾਇਆ ਜਾ ਰਿਹਾ, ਨਹੀਂ ਜੀ ਬਾਣੀ ਬਦਲਦਾ ਗਿਆ, ਨਹੀਂ ਜੀ ਬਾਣੀ ਬਦਲਦਾ ਗਿਆ ਆ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਹਿੰਦੇ ਆ, ਬਾਣੀ ਵਿੱਚ ਹੈ ਕਿਤੇ ਲਿਖਿਆ? ਹਾਂਜੀ, ਬਿਲਕੁਲ ਜੀ। ਉਹਨੇ ਕਹਾਇਆ ਨਹੀਂ ਆਪਣੇ ਆਪ ਨੂੰ ਗੁਰੂ। ਅਸੀਂ ਫਿਰ ਉਹਨਾਂ ਦੇ ਪ੍ਰਵਚਨਾਂ ਦੇ ਖਿਲਾਫ ਨਹੀਂ ਜਾਂਦੇ। ਹਾਂਜੀ, ਸਾਨੂੰ ਇਹ ਵੀ ਸੋਚਣਾ ਪਊਗਾ, ਗੁਰੂ ਵਾਲਮੀਕ ਜੀ ਨੇ ਬੜਾ ਪੁਰਾਣਾ ਇਤਿਹਾਸ ਲੈ ਕੇ ਮੂਹਰੇ ਕਰਤਾ। ਉਹਨਾਂ ਦੀ ਜਿਹੜੀ ਲਿਖੀ ਰਮਾਇਣ ਆ ਉਹਨੂੰ ਵੀ ਉਰੇ ਪਰੇ ਕਰਦੇ, ਜਿਹੜੀ ਤੁਲਸੀ ਰਾਮ ਦੀ ਲਿਖੀ ਉਹ ਤੁਲਸੀਦਾਸ ਦੀ ਉਹਨੂੰ ਮਨਾਉਣ ਲੱਗੇ ਹੋ। ਬਿਲਕੁਲ ਜੀ। ਜਿੰਨਾ ਚਿਰ ਆਪਾਂ ਉਹਨਾਂ ਵਾਲਾ ਤਰੀਕਾ ਛੱਡਦੇ ਨਹੀਂ, ਜਾਤਾਂ ਪਾਤਾਂ ਵਾਲੀ ਗੱਲ ਆਪਾਂ ਛੱਡਦੇ ਨਹੀਂ, ਜਿਹੜੀ ਚੀਜ਼ ਦਾ ਨੌ ਚੱਲੀ ਜਾਵੇ ਉਹ ਚੀਜ਼ ਖਤਮ ਨਹੀਂ ਹੁੰਦੀ ਕਦੇ ਵੀ। ਬਿਲਕੁਲ ਜੀ ਮਾਨਕ ਸਾਹਿਬ, ਬਿਮਾਰੀ ਦਾ ਨੌ ਚੱਲੀ ਜਾਵੇ ਨਾ ਉਹ ਚੀਜ਼ ਖਤਮ ਨਹੀਂ ਹੁੰਦੀ। ਇੱਕ ਵਾਰੀ ਪ੍ਰੋਫੈਸਰ ਅਨੰਦ ਸਿੰਘ ਬਖਤਰ ਦੀ ਮੀਟਿੰਗ ਹੋ ਰਹੀ ਸੀ ਚੰਡੀਗੜ੍ਹ ਦੇ, ਕੇਸੀ ਸਲੇਖਾ ਸੀਗੇ ਬੜੇ ਬੜੇ। ਉਹਨਾਂ ਨੇ ਜਦੋਂ ਜਾਤ ਪਾਤ ਦੀ ਗੱਲ ਕੀਤੀ, ਚਲੋ ਆਪਣੀ ਜਮਾਨਾ ਵਗੈਰਾ ਦੀ ਗੱਲ ਕੀਤੀ ਤਾਂ ਕਹਿੰਦੇ ਜਾਤ ਪਾਤ ਨਹੀਂ ਕਰਨੀ ਇੱਥੇ। ਉਹ ਕਹਿੰਦੇ ਮਹਾਰਾਜ ਬਾਣੀ ਵਿੱਚ ਕਾਹਦੇ ਲਿਖਿਆ ਇਤਮਾਨ ਲਫ਼ਜ਼? ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਜਿੱਥੇ ਉਹਨਾਂ ਨਾਲ ਤਰੀਕਾ ਰਲ ਜਾਵੇ ਉਹ ਚੀਜ਼ ਆਪਾਂ ਘੱਟ ਕਰੀਏ। ਬਿਲਕੁਲ, ਕਿਉਂਕਿ ਜਿਹੜਾ ਗੁਰਬਾਣੀ ਦੇ ਸੁਨੇਹੇ ਤੋਂ ਹੁਣ ਲੋਕ ਗਾਂਹ ਚਲੇ ਗਏ, ਮਾਧੋ ਅਵਿਦਿਆ ਹੈ ਤਕੀਨ, ਉਹ ਚੀਜ਼ ਆਪਾਂ ਮੂਹਰੇ ਕਰੀਏ। ਕਿਉਂਕਿ ਜੇ ਉਹਨਾਂ ਵਰਗਾ ਤਰੀਕਾ ਆਪਾਂ ਸਾਹਮਣੇ ਕਰੀ ਜਾਵਾਂਗੇ, ਉਹਨਾਂ ਵਾਲਾ ਕੰਮ ਤਾਂ ਫਿਰ ਹੋ ਹੀ ਜਾਂਦਾ। ਸਾਡੇ ਲੋਕਾਂ ਤੋਂ ਹਜੇ ਤੱਕ ਇੰਡੀਆ ਦਾ ਨਾਮ ਨਹੀਂ ਲੈਣਾ ਹੈ, ਕਹਿਣਗੇ ਸਾਰੇ ਹਿੰਦੁਸਤਾਨ 'ਚ ਆਹ ਹੋ ਰਿਹਾ। ਹਿੰਦੁਸਤਾਨ ਤਾਂ ਹੈ ਹੀ ਨਹੀਂ ਕਿਤੇ, ਭਾਰਤ ਆ। ਹਾਂਜੀ, ਇਸ ਕਰਕੇ ਜਿਹੜਾ ਫਲਸਫਾ ਬਾਣੀ ਚੋਂ ਨਿਕਲ ਕੇ ਤੁਸੀਂ ਸਾਰਿਆਂ ਨੂੰ ਵੰਡ ਰਹੇ ਆ ਆਪਣੀ ਆਪਣੀ ਜਾਤੀ। ਜਿਸ ਤਰ੍ਹਾਂ ਸਾਡੇ ਫੱਫੂ ਵਾਲੀ ਸਤਪਾਲ ਜੀ ਨੇ ਹੁਣ ਦੱਸਿਆ ਹੋਣਾ ਹੀ, ਫਿਰ ਤੁਹਾਡੇ ਅੰਦਰ ਆ ਕੁਝ ਉਹਨੂੰ ਬਾਹਰ ਕੱਢੋ। ਪ੍ਰਧਾਨ ਜੀ ਵੀ ਇਹੀ ਗੱਲ ਕਰਦੇ ਹੁੰਦੇ ਆ, ਫਿਰ ਸਾਡੇ ਜੋ ਅੰਦਰ ਆ ਜੋ ਅਸੀਂ ਕਹਿਣਾ ਚਾਹੁੰਦੇ ਆ ਉਹ ਕਹੀਏ। ਅਮਰੀਕ ਭਾਜੀ ਵੀ ਇਹੀ ਗੱਲ ਕਰਦੇ ਹੁੰਦੇ ਆ। ਅਸੀਂ ਇੱਕ ਜੋ ਲੁਕੜਾ ਕਰਦੇ ਆ ਜੋ ਸਾਡੇ ਅੰਦਰ ਵਿੱਚ ਹੈਗਾ ਉਹ ਕਰੋ। ਸਾਨੂੰ ਗੁਰੂ ਨੇ ਆਜ਼ਾਦ ਕੀਤਾ, ਅਸੀਂ ਡੋਂਟ ਵਾਂਟ ਦੀ ਫਰਮਾਇਸ਼ ਕਰਕੇ ਚਮਚਾਗਿਰੀ ਕਰਦੇ ਰਹਿੰਦੇ ਆ। ਬਹੁਤ ਬਹੁਤ ਧੰਨਵਾਦ ਜੀ, ਇਦਾਂ ਦੀ ਗੱਲ ਹੋਣੀ ਚਾਹੀਦੀ। ਥੈਂਕ ਯੂ ਮਾਨਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਾਨਕ ਸਾਹਿਬ, ਮੈਂ ਇੱਕ ਚੀਜ਼ ਅੱਜ ਸਾਰਿਆਂ ਦਰਸ਼ਕਾਂ ਮੂਹਰੇ ਸਪਸ਼ਟ ਕਰਨਾ ਚਾਹੁੰਦਾ ਕਿ ਰਾਮਾਇਣ ਭਗਵਾਨ ਵਾਲਮੀਕ ਜੀ ਨੇ ਲਿਖੀ ਹੈ। ਤੁਲਸੀਦਾਸ ਨੇ ਰਾਮਚਰਿਤਰ ਮਾਨਸ ਲਿਖੀ ਹੈ, ਉਹਨਾਂ ਨੇ ਰਾਮਾਇਣ ਨਹੀਂ ਲਿਖੀ। ਰਾਮਾਇਣ ਭਗਵਾਨ ਵਾਲਮੀਕ ਜੀ ਨੇ ਲਿਖੀ। ਔਰ ਇੱਕ ਹੋਰ ਮੈਂ ਸਾਰਿਆਂ ਦੇ ਸਾਹਮਣੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਭਗਵਾਨ ਵਾਲਮੀਕ ਜੀ ਨੇ ਯੋਗ ਵਿਸ਼ਿਸ਼ਟ ਮਹਾਰਾਮਾਇਣ ਲਿਖੀ ਹੈ, ਜਿਹਦੇ ਵਿੱਚ ਭਗਵਾਨ ਵਾਲਮੀਕ ਜੀ ਨੇ 2 ਵੋਲੀਅਮਸ ਲਿਖੇ ਹਨ। ਇੱਕ ਰਾਮ ਸੀਤਾ ਨੂੰ ਪਾਤਰ ਬਣਾ ਕੇ ਉਹਨਾਂ ਨੇ ਰਾਮਾਇਣ ਲਿਖੀ ਆ, ਉਹ ਜੋ ਇਸ ਲੋਕ ਲਈ ਲਿਖੀ ਆ। ਸਾਡਾ ਜਨਮ ਇਸ ਲੋਕ ਦੇ ਵਿੱਚ ਹੋਇਆ ਔਰ ਸਾਡੇ ਕੀ ਫਰਜ਼ ਬਣਦੇ ਹਨ ਇਹ ਸੰਸਾਰ ਦੇ ਜਨਮ ਲੈ ਕੇ। ਅਸੀਂ ਆਪਣੇ ਪਰਿਵਾਰਾਂ 'ਚ ਰਹਿੰਦੇ, ਸਾਡੇ ਆਪਣੇ ਪਰਿਵਾਰਾਂ ਵਿੱਚ ਕੀ ਫਰਜ਼ ਹਨ। ਜਿਸ ਤਰ੍ਹਾਂ ਕਿ ਦੇਖੋ, ਅਸੀਂ ਆਪਣੇ ਮਾਪੇ ਦੀ ਸੇਵਾ ਕਰਨੀ, ਆਪਣੇ ਬੱਚਿਆਂ ਨੂੰ ਦੇਖਣਾ। ਔਰ ਰਾਮਾਇਣ ਦੇ ਵਿੱਚ ਰਾਜਨੀਤੀ ਵੀ ਬਹੁਤ ਹੈ, ਪਰ ਇਹ ਸਮਝਣ ਦੀ ਗੱਲ ਹੈ। ਰਾਮਾਇਣ ਕੋਈ ਇੱਕ ਆਰਡੀਨਰੀ ਕਹਾਣੀ ਨਹੀਂ ਹੈ ਰਾਮ ਸੀਤਾ ਦੀ।
ਜੇ ਉਹਨੂੰ ਧਿਆਨ ਦੇ ਨਾਲ ਸਮਝਿਆ ਜਾਵੇ ਤਾਂ ਇੱਕ ਉਹ ਰਾਜਨੀਤੀ ਉਹਦੇ 'ਚ ਤੇ ਉਹਦੇ 'ਚ ਪਰਿਵਾਰਿਕ ਫਰਜ਼ ਸਾਨੂੰ ਦੱਸੇ ਗਏ ਆ। ਔਰ ਫਿਰ ਭਗਵਾਨ ਵਾਲਮੀਕ ਜੀ ਨੇ ਹੁਣ ਦੇਖੋ ਇਹ ਜਿਹੜੀ ਯੋਗ ਵਿਸ਼ੇਸ਼ ਲਿਖੀ ਹੈ ਕਿ ਜਦੋਂ ਤੁਸੀਂ ਆਹ ਲੋਕ ਕੇ ਛੱਡ ਕੇ ਜਾਣਾ ਫਿਰ ਤੁਹਾਡਾ ਕੀ ਹੋਊਗਾ, ਔਰ ਪਰਲੋਕ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਕਿਸ ਤਰ੍ਹਾਂ ਕਰਨਾ, ਉਹਨਾਂ ਨੇ ਯੋਗ ਵਿਸ਼ੇਸ਼ਟ ਮਹਾਰਾਮਾਇਣ ਲਿਖੀ ਆ ਕਿ ਜਿਹਦੇ ਵਿੱਚ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਜੁੜਨਾ ਹੈ, ਸਾਰੀ ਰੂਹਾਨੀਅਤ ਉਹਦੇ ਵਿੱਚ ਹੈ। ਔਰ ਇੱਕ ਜਿਹੜੀ ਭਗਵਾਨ ਦੇ ਵਿੱਚ ਕੋਈ ਵੀ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਸ ਦੇ ਨਾਲ ਉਹਨਾਂ ਨੇ ਯੁਕਤੀ ਵੀ ਦੱਸੀ ਹੈ ਕਿ ਤੁਸੀਂ ਇਹ ਉਪਦੇਸ਼ ਨੂੰ ਕਿਸ ਤਰ੍ਹਾਂ ਇਹ 'ਤੇ ਚੱਲ ਕੇ ਤੁਸੀਂ ਯੁਕਤੀ ਦੇ ਨਾਲ ਉਪਦੇਸ਼ ਦੀ ਪ੍ਰਾਪਤੀ ਕਰਨੀ ਹੈ। ਸੋ ਇਹ ਜੋ ਮੈਂ ਗੱਲ ਕਰ ਰਿਹਾ ਉਹ ਇਹ ਹੈ ਕਿ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਉਹ ਸੁਣੀਆਂ ਬਹੁਤ ਗੱਲਾਂ ਕਰਦੇ ਹਨ, ਪਰ ਜਿਹੜੀ ਰਾਮਾਇਣ ਹੈ ਭਗਵਾਨ ਵਾਲਮੀਕ ਜੀ ਦੀ ਰਾਮ ਸੀਤਾ ਨੂੰ ਪਾਤਰ ਬਣਾ ਕੇ ਲਿਖੀ ਹੈ, ਔਰ ਜਿਹੜੀ ਯੋਗ ਵਿਸ਼ੇਸ਼ਟ ਹੈ ਉਹ ਰਾਮਚੰਦਰ ਨੂੰ ਔਰ ਉਹਨਾਂ ਦੇ ਗੁਰੂ ਵਸ਼ਿਸ਼ਟ ਨੂੰ ਪਾਤਰ ਬਣਾ ਕੇ ਉਹਨਾਂ ਨੇ ਉਹ ਬਾਣੀ ਲਿਖੀ ਹੈ। ਇੱਕ ਐਸ ਲੋਕ ਲਈ ਲਿਖੀ ਹੈ ਔਰ ਦੂਸਰੀ ਉਹਨਾਂ ਨੇ ਪਰਲੋਕ ਲਈ ਲਿਖੀ ਹੈ। ਬਿਲਕੁਲ ਪ੍ਰਧਾਨ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਆ, ਜਿਹੜਾ ਮਾਨਕ ਸਾਹਿਬ ਉਹਨਾਂ ਦਾ ਫੋਨ ਆਇਆ, ਹਾਂਜੀ, ਉਹਨਾਂ ਤੋਂ ਪਹਿਲਾਂ ਭਾਈ ਸਾਹਿਬ ਉਹਨਾਂ ਦਾ ਫੋਨ ਆਇਆ, ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ। ਇੱਕ ਪਰੰਪਰਾਵਾਦੀ ਲੋਕ ਹਾਂ, ਜੋ ਰੀਤੀ ਰਿਵਾਜ ਰਸਮਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਜੀਂਦੇ ਹਨ। ਇੱਕ ਇਨਕਲਾਬੀ ਲੋਕ ਹੁੰਦੇ ਹਨ ਜਿਹੜੇ ਇਹਨਾਂ ਚੀਜ਼ਾਂ ਨੂੰ ਬਦਲ ਕੇ ਇਨਸਾਨ ਨੂੰ ਇਨਸਾਨ ਸਮਝ ਕੇ ਅੱਗੇ ਚੱਲਣਾ ਚਾਹੁੰਦੇ ਹਨ। ਸਾਥੀਓ, ਇਸੇ ਤਰ੍ਹਾਂ ਗੁਰਬਾਣੀ ਨੂੰ ਸਮਝਣ ਵਾਲੇ ਲੋਕ ਵੀ ਜਿਹੜੇ ਸਹੀ ਗੁਰਬਾਣੀ ਨੂੰ ਸਮਝਦੇ ਹਨ, ਜਿਹੜੇ ਉਹਨਾਂ ਦਾ ਮਤਲਬ ਸਮਝਦੇ ਹਨ, ਉਹ ਕਦੇ ਵੀ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦੇ, ਉਹ ਇਨਕਲਾਬੀ ਲੋਕ ਹੁੰਦੇ ਹਨ। ਜਿਹੜੇ ਪਰੰਪਰਾਵਾਦੀ ਲੋਕ ਹੁੰਦੇ ਹਨ ਉਹ ਸਾਡੇ ਵਰਗੇ ਮੱਥਾ ਟੇਕ ਲੈਂਦੇ ਹਨ, ਪੂਜਾ ਕਰ ਲੈਂਦੇ ਹਨ, ਗੁਰਬਾਣੀ ਪੜ੍ਹ ਲੈਂਦੇ, ਸੁਣ ਲੈਂਦੇ ਹਨ, ਫਿਰ ਵੀ ਉਸ ਰੀਤੀ ਰਿਵਾਜਾਂ ਚੋਂ ਉਸ ਦਾਇਰੇ ਚੋਂ ਬਾਹਰ ਨਹੀਂ ਨਿਕਲਦੇ। ਜਿਹੜੇ ਗੁਰਬਾਣੀ ਸਮਝਣ ਵਾਲੇ ਲੋਕ ਉਸ ਦਾਇਰੇ ਚੋਂ ਬਾਹਰ ਨਿਕਲ ਜਾਂਦੇ ਹਨ, ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਜਾਤ ਨਾ ਪੁੱਛੀਏ ਸਾਧਕੀ, पूछ लीजिए ज्ञान, मूल करो तलवार का, पड़ा रहन दो म्यान। ਉਹ ਕਹਿੰਦੇ ਖੋਖਲੀਆਂ ਗੱਲਾਂ ਨਹੀਂ ਕਰਨੀਆਂ, ਉਹ ਗੱਲ ਕਰਨੀ ਹੈ ਜਿਹੜੀ ਚੀਜ਼ ਦੀ ਲੋੜ ਹੈ। ਸਾਡੇ ਕੋਲ ਕਾਲ ਆ ਰਹੀ ਜੀ, ਕਾਲ ਆ ਰਹੀ ਹੈ। ਹੈਲੋ, ਹਾਂਜੀ, ਜੈ ਗੁਰਦੇਵ ਜੀ, ਕੌਣ ਬੋਲ ਰਹੇ ਜੀ? ਹਾਂਜੀ, ਧੰਨ ਗੁਰਦੇਵ ਜੀ, ਰਾਮ ਸਿੰਘ ਮਹਿੰਗੜਾ ਬੋਲ ਰਿਹਾ ਜੀ ਪਹਿਲੇ। ਹਾਂਜੀ ਮਹਿੰਗੜਾ ਸਾਹਿਬ, ਹਾਂਜੀ ਧੰਨ ਗੁਰਦੇਵ ਜੀ। ਵੀਰ ਜੀ ਕੀ ਹਾਲ ਹੈ ਜੀ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਜੀ ਸਾਰੀ ਟੀਮ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਜੀ। ਥੈਂਕ ਯੂ, ਥੈਂਕ ਯੂ। ਦੇਖ ਰਿਹਾ ਸੀਗਾ ਪ੍ਰੋਗਰਾਮ, ਮੈਂ ਕਿਹਾ ਚਲੋ ਫੋਨ ਕਰ ਨਹੀਂ ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ, ਧੰਨਵਾਦ ਜੀ ਤੁਹਾਡਾ, ਬਹੁਤ ਤੁਹਾਡਾ ਧੰਨਵਾਦ ਜੀ। ਹਾਂਜੀ, ਕਿਸ ਤਰ੍ਹਾਂ ਕਾਰੋਬਾਰ ਚੱਲ ਰਿਹਾ ਜੀ ਸਾਡੇ? ਅਸੀਂ ਤਾਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਹ ਰਾਮ ਸਿੰਘ ਮਹਿੰਗੜਾ ਜੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨਾਲ ਦਿਲੋਂ ਜੁੜੇ ਹੋਏ ਹਨ ਤੇ ਬੇਗਮਪੁਰਾ ਏਡ ਇੰਟਰਨੈਸ਼ਨਲ ਜਿਹੜੇ ਇਹ ਉਹਨੂੰ ਚਲਾ ਰਹੇ ਹਨ, ਜਿਹਦੇ ਕੰਮਕਾਰ ਦੁਨੀਆ ਵਿੱਚ ਅੱਜ ਕੱਲ੍ਹ ਜਾਣੇ ਜਾਂਦੇ ਹਨ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਂ ਦੇ ਨਾਲ, ਉਹਨਾਂ ਦੀ ਸੋਚ ਦੇ ਨਾਲ ਬੇਗਮਪੁਰਾ ਏਡ ਇੰਟਰਨੈਸ਼ਨਲ ਦਾ ਨਾਂ ਜੁੜਿਆ ਹੋਇਆ ਤੇ ਇਹ ਬਹੁਤ ਵਧੀਆ ਕੰਮ ਕਰ ਰਹੇ ਹਨ। ਹਾਂਜੀ ਮਹਿੰਗੜਾ ਸਾਹਿਬ, ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਕੁਝ ਕਹਿਣਾ ਚਾਹੁੰਦੇ ਹੋ, ਸਾਡੇ ਨਾਲ ਰਲ ਕੇ ਜਾਂ ਸਾਡੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ? ਆਪਾਂ ਸਾਰੇ ਇਕੱਠੇ ਇੱਕ ਮਿਸ਼ਨ ਤੇ ਤੁਰੇ ਹਾਂ, ਇੱਕ ਰਾਸਤੇ ਤੇ ਤੁਰੇ ਹਾਂ, ਉਹ ਆਪਾਂ ਕਿੱਦਾਂ ਅੱਗੇ ਲੈ ਕੇ ਜਾਣਾ, ਉਹ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ। ਤੁਸੀਂ ਵੀ ਉਹਦੇ ਬਾਰੇ ਕੋਈ ਗੱਲ ਕਰੋ ਜੀ ਸਾਡੇ ਨਾਲ। ਹਾਂਜੀ ਬਿਲਕੁਲ ਭਾਈ ਪ੍ਰੀਤ ਸਿੰਘ ਜੀ, ਅਸੀਂ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਨਾਲ ਵਚਨ ਕਰਦਾ ਹਾਂ ਕਿ ਜਿੱਥੇ ਵੀ ਸਾਡੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਨਾਲ ਖੜੇ ਹਾਂ। ਥੈਂਕ ਯੂ ਜੀ। ਬਹੁਤ ਵਧੀਆ ਕਾਰਜ ਨੇ ਤੁਹਾਡੇ ਤੇ ਅਸੀਂ ਬੜੇ ਖੁਸ਼ ਹਾਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਜੀਵਨੀ ਦੇ ਉੱਤੇ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ, ਹਾਂਜੀ, ਤੇ ਸਾਨੂੰ ਬੜੀ ਖੁਸ਼ੀ ਹੈ ਜੀ ਇਹਦੇ ਵਿੱਚ। ਤੇ ਬਾਕੀ ਅਸੀਂ ਕਾਂਸ਼ੀ ਬਨਾਰਸ ਮੈਡੀਕਲ ਕੈਂਪ ਲਾਇਆ ਸੀ, ਉੱਥੇ ਸਾਨੂੰ ਸੰਗਤਾਂ ਬਹੁਤ ਬੜੀਆਂ ਹੈਗੀਆਂ ਜਿਹੜੀਆਂ ਮਤਲਬ ਉਹ ਜਿਹੜੇ ਤੁਸੀਂ ਕੈਲੰਡਰ ਵੀ ਬਣਾਏ ਹੈਗੇ, ਉਹਨਾਂ ਨੇ ਕੈਲੰਡਰ ਵੀ ਸਾਨੂੰ ਦਿਖਾਲੇ। ਵਾਹ ਜੀ, ਥੈਂਕ ਯੂ ਜੀ। ਬੜਾ ਮਨ ਖੁਸ਼ ਹੋਇਆ ਜੀ। ਉਹ ਕੈਲੰਡਰ ਦੇਖੋ, ਉਹ ਲੋਕ ਕੋਲੇ ਚੱਕੀ ਫਿਰਦੇ ਸੀਗੇ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਖੁਸ਼ੀ ਹੋਈ। ਬਿਲਕੁਲ ਜੀ।
ਤੇ ਬਾਕੀ ਜੀ ਅਸੀਂ ਤੇ ਬੜੇ ਖੁਸ਼ ਹਾਂ ਜੀ ਜਿਹੜਾ ਕਾਰਜ ਕਰ ਰਹੇ ਆ ਤੁਸੀਂ, ਤੇ ਬਾਕੀ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ। ਸਾਡੇ ਤੇ ਸਤਿਗੁਰੂ ਦਾਸ ਜੀ ਮਹਾਰਾਜ ਨੇ ਇਦਾਂ ਦਾ ਕਿਰਪਾ ਕੀਤੀ ਹੈ, ਇਦਾਂ ਦਾ ਆਪਣਾ ਮਿਹਰ ਭਰਿਆ ਹੱਥ ਰੱਖਿਆ ਵੀ ਸਾਡਾ ਤਾਂ ਜੀਵਨ ਸਫਲ ਹੋ ਗਿਆ ਇਹ ਸੰਸਥਾ ਬਣਾ ਕੇ। ਬਹੁਤ ਵਧੀਆ ਜੀ, ਬਹੁਤ ਬਹੁਤ। ਮੈਂ ਤੁਹਾਡੇ ਨਾਲ ਬਚਨ ਕਰਦਾ ਸਾਂਝਾ, ਤੇ ਜਦੋਂ ਅਸੀਂ ਇਹ ਸੰਸਥਾ ਬਣਾਈ ਹੈਗੀ 2021 ਦੇ ਵਿੱਚ, ਜਦੋਂ ਅਸੀਂ ਕੋਰਟ ਦੇ ਵਿੱਚ ਪੇਪਰ ਜਮ੍ਹਾਂ ਕਰਾਉਣ ਗਏ ਆ, ਉਦੋਂ ਸਾਡੇ ਸਤਿਗੁਰੂ ਦਾਸ ਜੀ ਮਹਾਰਾਜ ਦਾ ਹੁਕਮਨਾਮਾ ਆਇਆ, ਹਮ ਸਰ ਦੀਨ ਦਿਆਲ ਨੇ ਤੁਮ ਸਰ ਅਬ ਬਖਿਆਰ ਕਿਆ। ਵਾਹ ਜੀ ਵਾਹ, ਕੀ ਬਾਤ ਹੈ। ਤੇ 19 ਮਾਰਚ 2024 ਨੂੰ ਜਨਮ ਦਿਹਾੜਾ ਸੰਸਥਾ ਦਾ ਫੇਰ ਸੀ, ਤਾਂ ਫੇਰ ਇਹੀ ਹੁਕਮਨਾਮਾ ਫੇਰ ਅੱਜ ਆਇਆ। ਵਾਹ ਜੀ ਵਾਹ, ਕੀ ਬਾਤ ਹੈ ਜੀ। ਸੋ ਸਾਨੂੰ ਆਸ਼ੀਰਵਾਦ ਉਹਨਾਂ ਨੇ ਦਿੱਤਾ ਜੀ। ਬਿਲਕੁਲ ਜੀ, ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ, ਤੁਸੀਂ ਲੱਗੇ ਰਹੋ। ਬਿਲਕੁਲ ਜੀ, ਅਸੀਂ ਉਹਨੂੰ ਭੁੱਲ ਜਾਂਦੇ ਆ ਜੀ, ਉਹ ਸਾਨੂੰ ਨਹੀਂ ਕਦੇ ਵੀ ਭੁੱਲਦੇ। ਉਹ ਆਸ਼ੀਰਵਾਦ ਦਿੰਦੇ ਰਹਿੰਦੇ ਹਨ, ਉਹਨਾਂ ਦੇ ਤਾਂ ਆਸ਼ੀਰਵਾਦ ਸਾਡੇ ਤੇ ਬਹੁਤ ਹਨ। ਅਸੀਂ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਬਹੁਤ ਤੁਹਾਨੂੰ ਇਮੋਸ਼ਨਲ ਵੀ ਕਰਦੀ ਹੈ ਗੁਰੂ ਮਹਾਰਾਜ ਦੇ, ਕਿ 2021 ਦੇ ਵਿੱਚ ਜਿੱਦਣ ਤੁਸੀਂ ਪੇਪਰ ਇਸ ਸੰਸਥਾ ਨੂੰ ਰਜਿਸਟਰ ਕਰਾਉਣ ਲਈ ਕੋਰਟ ਵਿੱਚ ਰੱਖੇ, ਪੇਸ਼ ਕੀਤੇ, ਤਾਂ ਉਸ ਦਿਨ ਵੀ ਜਿਹੜਾ ਗੁਰੂ ਮਹਾਰਾਜ ਦਾ ਹਰਮੰਦਰ ਸਾਹਿਬ ਤੋਂ ਜਿਹੜਾ ਹੁਕਮਨਾਮਾ ਆਇਆ ਉਹ ਇਹੀ ਸੀਗਾ, ਹਮ ਸਿਰ ਦੀਨ ਦਿਆਲ ਨਾ ਤੁਮ ਸਿਰ ਅਬ ਪਤਿਆਰ ਕਿਆ ਕੀਜੇ। ਵਾਹ ਜੀ ਵਾਹ। ਅੱਜ 3 ਸਾਲਾਂ ਤੋਂ ਬਾਅਦ 19 ਮਾਰਚ 2024 ਨੂੰ ਉਸੇ ਹੀ ਦਿਨ ਫਿਰ ਉਹੀ, ਹਾਂਜੀ, ਫਿਰ ਉਹੀ ਹੁਕਮਨਾਮਾ ਦੁਬਾਰਾ ਆਸ਼ੀਰਵਾਦ ਮਿਲਿਆ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਉਸ ਮਾਲਕ ਦੇ ਡਰ ਨਾਲ ਜੁੜੇ ਹੋ। ਅਸੀਂ ਤੇ ਅਮਰੀਕ ਸਿੰਘ ਜੀ ਬਈ ਪੱਪਾ ਭਰਤ ਹੋ ਕੇ ਪਰਸੋਂ ਚੌਥ ਦੇ ਤੁਰੇ ਫਿਰਦੇ ਆ ਵੀ ਆ ਦੇਖੋ ਜੀ ਸਾਨੂੰ ਕਿੰਨਾ ਬੜਾ ਆਸ਼ੀਰਵਾਦ ਮਿਲਿਆ। ਬਿਲਕੁਲ ਜੀ, ਬਿਲਕੁਲ। ਨਾਲ ਇੱਕ ਮਿਲਦੀ ਜੁਲਦੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਵੀ 24 ਤਰੀਕ ਨੂੰ ਸਤਿਗੁਰੂ ਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਉੱਤੇ ਬੇਗਮਪੁਰਾ ਗੇਟ ਨੂੰ ਸੋਨੇ ਦੇ ਮਾਡਲ ਦੇ ਨਾਲ, ਹਰਮੰਦਰ ਸਾਹਿਬ ਦੇ ਸੋਨੇ ਦੇ ਮਾਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਕੀ ਬਾਤ ਹੈ ਜੀ, ਜਥੇਬੰਦੀਆਂ ਵੱਲੋਂ। ਬਿਲਕੁਲ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਤੇ ਬਾਕੀ ਇੱਕ ਵੀਰ ਨੇ ਜਿਹੜੇ ਨੇ ਫੋਨ ਕੀਤਾ ਸੀ, ਮੈਂ ਨਾਂ ਤਾਂ ਭੁੱਲ ਗਿਆ ਉਹਨਾਂ ਦਾ, 100 ਸਾਲ ਤੋਂ। ਹਾਂਜੀ। ਦੇਖੋ ਜਿਹੜੀ ਗੁਲਾਮੀ ਦੀ ਗੱਲ ਕਰਦੇ ਆ ਆਪਾਂ, ਗੁਲਾਮੀ ਜਿਹੜੀ ਹੈਗੀ ਆ, ਗੁਲਾਮੀ ਜਦੋਂ ਆਪਾਂ ਐਕਸੈਪਟ ਕਰਦੇ ਆ ਉਸ ਵੇਲੇ ਗੁਲਾਮੀ ਹੁੰਦੀ ਆ। ਹਾਂਜੀ, ਬਿਲਕੁਲ। ਸੋ ਅਸੀਂ ਗੁਲਾਮੀ ਨੂੰ ਐਕਸੈਪਟ ਨਹੀਂ ਕਰਨਾ ਹੈਗਾ, ਤੇ ਕੋਈ ਸਾਡੇ ਮੱਲੋ ਜੋਰੀ ਕੋਈ ਸਾਡੇ ਗਲ 'ਚ ਗੁਲਾਮੀ ਨਹੀਂ ਪਾ ਨਹੀਂ ਸਕਦਾ। ਬਿਲਕੁਲ ਜੀ, ਬਹੁਤ ਵਧੀਆ। ਠੀਕ ਆ ਜੀ। ਹਾਂਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਬਜ਼ੁਰਗ ਬੈਠੇ ਨੇ, ਹਾਂਜੀ, ਸਾਡੇ ਗੁਰੂ ਬੈਠੇ ਨੇ, ਹਾਂਜੀ, ਸਾਨੂੰ ਉਹਨਾਂ ਨੂੰ ਕੌਣ ਉੱਥੋਂ ਕੱਢ ਸਕਦਾ ਹੈਗਾ ਆ। ਬਿਲਕੁਲ ਜੀ। ਉਹਨਾਂ ਨੂੰ ਭਜਾਉਣਾ ਚਾਹੀਦਾ, ਜਿਹੜਾ ਸਾਡੇ ਗੱਲ ਗੁਲਾਮੀ ਪਾਉਣੀ ਚਾਹੁੰਦੇ ਹੈਗੇ ਆ, ਸਾਨੂੰ ਉਹਨਾਂ ਨੂੰ ਭਜਾਉਣਾ ਚਾਹੀਦਾ, ਨਾ ਕਿ ਸਾਨੂੰ ਆਪ ਭੱਜਣਾ ਚਾਹੀਦਾ। ਇਹੀ ਗੱਲ ਕਰ ਰਹੇ ਸੀਗੇ ਜੀ ਉਦੋਂ, ਜਿਹੜੀ ਤੁਹਾਡੇ ਫੋਨ ਆਉਣ ਤੋਂ ਪਹਿਲਾਂ ਗੱਲ ਇਹੀ ਚੱਲ ਰਹੀ ਸੀ। ਬਹੁਤ ਵਧੀਆ ਤੁਸੀਂ ਜੋ ਇਹਦਾ ਜਵਾਬ ਦੇ ਰਹੇ ਹੋ। ਬਈ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ, ਜਾਤ ਨਾ ਪੁੱਛੀਏ ਸਾਧ ਕੀ ਪੂਛ ਲੀਜੀਏ ਗਿਆਨ, ਮੂਲ ਕਰੋ ਤਲਵਾਰ ਕਾ ਪੜਾ ਰਹਿਣ ਦੋ ਮਿਆਨ। ਅਸੀਂ ਫੋਕੀਆਂ ਗੱਲਾਂ ਦੇ ਵਿੱਚ ਨਹੀਂ ਵਿਸ਼ਵਾਸ ਰੱਖਣਾ, ਮਿਆਨ ਵਿੱਚ ਸਾਡਾ ਵਿਸ਼ਵਾਸ ਨਹੀਂ ਹੈ। ਸਾਡਾ ਵਿਸ਼ਵਾਸ ਉਸ ਤਲਵਾਰ ਵਿੱਚ ਹੈ ਜਿਹਦੇ ਨਾਲ ਯੁੱਧ ਜਿੱਤਿਆ ਜਾ ਸਕਦਾ। ਉਹ ਵਿਚਾਰ ਇੰਨੇ ਸੋਲਡ ਰੱਖਣੇ ਹਨ ਅਸੀਂ, ਕਿ ਜਿਹੜੀ ਗੁਰਬਾਣੀ ਜੋ ਸਾਨੂੰ ਦੱਸਦੀ ਹੈ ਉਹਦੇ ਵਿੱਚ। ਰਾਮ ਸਿੰਘ ਜੀ, ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਇੱਥੇ ਕਰਨੀ ਚਾਹੁੰਦਾ ਕਿ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਬਾਣੀ ਸਭ ਤੋਂ ਜ਼ਿਆਦਾ 2218 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਉਹ ਪਤਾ ਉਹ ਕੀ ਕਹਿੰਦੇ ਹਨ? ਧਿਆਨ ਦੇਣਾ, ਕਹਿੰਦੇ ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਉਹ ਕਿਹੜੇ ਦੇ ਦਰਸ਼ਨ ਕਰਨ ਦੀ ਉਹ ਇੱਛਾ ਰੱਖਦੇ ਹਨ 5ਵੇਂ ਪਾਤਸ਼ਾਹ। ਫਿਰ ਕਹਿੰਦੇ ਹਨ, ਜਿਸ ਨੀਚ ਕੋ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ। ਜਿਸ ਨੀਵੀਂ ਜਾਤ ਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਬੰਦੇ ਨੂੰ, ਉਸ ਇਨਸਾਨ ਨੂੰ, ਗੁਰੂ ਨੂੰ, ਸਤਿਗੁਰੂ ਨੂੰ ਕੋਈ ਨਹੀਂ ਸੀ ਜਾਣਦਾ। ਨਾਮ ਜਪਤ ਉਹ ਚੌਂ ਕੁੰਠ ਮਾਨੇ। ਇਹ 5ਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਨਾਮ ਜਪਣ ਦੇ ਵਿੱਚ ਚੌਂ ਕੁੰਡਾਂ ਵਿੱਚ ਉਹਨਾਂ ਦੀ ਚਰਚਾ ਹੋਈ। ਉਹ ਕਿਹੜੇ ਮਹਾਂਪੁਰਸ਼ ਹਨ ਸਾਥੀਓ? ਨੀਚ ਜਾਤ ਨਾਲ ਸੰਬੰਧ ਰੱਖਣ ਵਾਲੇ ਲੋਕ। ਮੈਂ ਅੱਗੇ ਵੀ ਗੱਲ ਕਰਕੇ ਹਟਿਆ ਕਿ ਗੁਰਬਾਣੀ ਨੂੰ ਜਿਹੜੇ ਲੋਕ ਸਮਝਦੇ ਆ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ। ਜਿਹੜੇ ਗੁਰਬਾਣੀ ਨੂੰ ਸਮਝਦੇ ਨਹੀਂ, ਉਹ ਪਰੰਪਰਾਵਾਦੀ ਲੋਕ ਜਿਹੜੇ ਹਨ, ਉਹ ਹਮੇਸ਼ਾ ਹੀ ਰਹਿਣੇ ਆ। ਜਿਹੜੇ ਪਰੰਪਰਾਵਾਦੀ ਤੇ ਇਨਕਲਾਬੀ ਲੋਕ ਹਨ, ਉਹਨਾਂ ਦੀਆਂ ਜਿਹੜੀ ਸੋਚ ਉਹਨਾਂ ਦੀ ਵੱਖਰੀ, ਹਾਂ, ਉਹਨਾਂ ਦੀ ਟਕਰਾਓ ਵਾਲੀ ਸੋਚ ਹੁੰਦੀ ਆ। ਉਹਨਾਂ ਦੀ ਸੋਚਾਂ ਦੀ ਸਾਂਝ ਨਹੀਂ ਹੁੰਦੀ।
ਜਿੱਦਣ ਇਹ ਸੋਚ ਸਾਂਝ ਦੇ ਵਿੱਚ ਤਬਦੀਲ ਹੋ ਜਾਏਗੀ, ਸਾਡੇ ਬਹੁਤ ਸਾਰੇ ਜਿਹੜੇ ਰਸਤੇ ਬਣੇ ਹੋਏ ਆ ਜਿਹੜੇ ਉਹ ਇੱਕ ਹੋ ਜਾਣਗੇ। ਸਿਰਫ ਸਮਝਣ ਦੀ ਲੋੜ ਹੈ ਇਸ ਨੂੰ। ਬਿਲਕੁਲ ਜੀ, ਬਿਲਕੁਲ। ਹਾਂਜੀ ਰਾਮ ਸਿੰਘ ਜੀ, ਸਭੇ ਆਸਾਂ ਪੂਰੀਆਂ ਗੁਰਮੈਲ ਬੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇ ਵੱਡਣਾ ਸਾਈਆਂ। ਜਿਸ ਮਾਲਕ ਦੇ ਦਰਬਾਰ ਤੇ ਅੱਜ ਬੈਠ ਕੇ ਗੁਰੂ ਮਹਾਰਾਜ ਦੇ ਜੀਵਨ ਦੇ ਸਤਿਗੁਰੂ ਰਵਿਦਾਸ ਜੀ ਮਹਾਰਾਜ, ਕਬੀਰ ਸਾਹਿਬ, ਨਾਮਦੇਵ ਜੀ, ਸਤਿਗੁਰੂ ਸੈਨ ਜੀ ਮਹਾਰਾਜ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣੀ ਜਾਤ ਛੱਡ ਕੇ ਉੱਥੇ ਲੈਵਲ ਤੇ ਆ ਗਿਆ ਕਿ ਜਿਨ੍ਹਾਂ ਦੇ ਨਾਲ ਮੈਂ ਉਹਨਾਂ ਨੀਚਾਂ ਦੇ ਨਾਲ ਆ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਆ। ਜਦੋਂ ਸੋਚ ਸਾਡੀ ਇੱਥੇ ਤੱਕ ਆ ਗਈ ਤਾਂ ਫਿਰ ਇਹ ਗੱਲ ਉਹ ਮਹਾਪੁਰਸ਼ ਜਿਨ੍ਹਾਂ ਨੂੰ ਉਹਨਾਂ ਵਰਗਾ ਕੋਈ ਚਾਰੇ ਕੁੰਡਾਂ ਦੇ ਵਿੱਚ ਨਹੀਂ ਤੁਹਾਨੂੰ ਮਿਲਣਾ। ਜਦੋਂ ਗੁਰਬਾਣੀ ਸਮਝ ਆਉਣੀ ਆ ਫਿਰ ਪਤਾ ਲੱਗਣਾ। ਰਾਮ ਸਿੰਘ ਜੀ, ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਪੂਰੀ ਟੀਮ ਦਾ ਬਹੁਤ ਹਾਂਜੀ ਧੰਨਵਾਦ ਜੀ। ਮੈਂ ਦੁਬਾਰਾ ਫਿਰ ਇੱਕ ਵਾਰੀ ਬੇਨਤੀ ਕਰਦਾ ਜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਵੇ, ਬੇਗਮਪੁਰਾ ਏਡ ਇੰਟਰਨੈਸ਼ਨਲ ਜਿਹੜੀ ਹੈਗੀ ਆ ਉਹ ਤੁਹਾਡੀ ਪੂਰੀ ਟੀਮ ਦੇ ਨਾਲ ਖੜੀ ਹੈਗੀ ਆ। ਜਦੋਂ ਤੁਸੀਂ ਸਾਨੂੰ ਹਾਕ ਮਾਰੋ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ। ਸੋ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਥੈਂਕ ਯੂ। ਜੇ ਕੋਈ ਸ਼ਬਦ ਮੇਰੇ ਕੋਲੋਂ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਖਿਮਤਾ ਚਾਹ ਚੁੱਕਿਆ। ਥੈਂਕ ਯੂ ਵੀਰ ਜੀ, ਬਹੁਤ ਧੰਨਵਾਦ ਜੀ, ਬਹੁਤ ਤੁਹਾਡਾ ਧੰਨਵਾਦ ਜੀ ਫੋਨ ਕਰਨ ਦਾ। ਹਾਂਜੀ ਥੈਂਕ ਯੂ ਬੰਗਲਾ ਸਾਹਿਬ ਜੀ। ਹਾਂਜੀ ਪ੍ਰਧਾਨ ਜੀ। ਹਾਂਜੀ, ਹੁਣ ਆਪਾਂ ਥੋੜ੍ਹਾ ਜਿਹਾ ਜੋ ਪ੍ਰੋਗਰਾਮ ਚੱਲ ਰਿਹਾ ਅੱਜ, ਹਾਂਜੀ, ਉਸ ਨੂੰ ਆਪਾਂ ਸਾਰੇ ਜਾਣਦੇ ਆ ਕਿ ਜੋ ਸਮਾਂ ਚੱਲ ਰਿਹਾ ਹੈ, ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਵਿਸ਼ਵ ਭਰ ਸਾਰੇ ਪਾਸੇ ਮਨਾਏ ਜਾ ਰਹੇ ਹਾਂਜੀ। ਔਰ ਪਿਛਲੇ ਐਤਵਾਰ ਕੌਮੈਂਟਰੀ ਜਾਣ ਦਾ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੂੰ ਉਹਨਾਂ ਨੇ ਸੱਦਾ ਪੱਤਰ ਭੇਜਿਆ ਸੀ। ਬਿਲਕੁਲ ਜੀ। ਔਰ ਟੀਮ ਉੱਥੇ ਗਈ ਸੀਗੀ। ਹਾਂਜੀ, ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਤਕਰੀਬਨ ਇੰਗਲੈਂਡ ਦੇ ਹਰ ਗੁਰੂ ਘਰ ਵਿੱਚ ਗੁਰਪੁਰਬ ਤੇ ਗਈ ਹੈ। ਹੋ ਸਕਦਾ ਕਿ ਕਈ ਵਾਰੀ ਦੋ ਪ੍ਰੋਗਰਾਮ ਇੱਕ ਦਿਨ ਵਿੱਚ, ਫਿਰ ਸਾਨੂੰ ਇੱਕੋ ਹੀ ਗੁਰੂ ਘਰ ਜਾਣਾ ਪਿਆ। ਹਾਂਜੀ, ਸਾਰੇ ਗੁਰੂ ਘਰਾਂ 'ਚ ਇਨਵੀਟੇਸ਼ਨ ਦਿੱਤਾ ਗਿਆ। ਔਰ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਸੰਗਤ ਨੂੰ ਦੇਖ ਕੇ ਇੰਨੀ ਜਾਸਤੀ ਤਾਦਾਦ ਦੇ ਵਿੱਚ ਸੰਗਤ ਆਈ ਹੋਈ ਸੀਗੀ ਔਰ ਉਹਨਾਂ ਦੇ ਵਿੱਚ ਬੜਾ ਉਤਸ਼ਾਹ ਦੇਖਿਆ। ਹਾਂਜੀ, ਕਿ ਆਪਣੇ ਉਹ ਸਤਿਗੁਰੂ ਜੀ ਨੂੰ ਕਿਸ ਤਰ੍ਹਾਂ ਉਹ ਪਿਆਰ ਕਰਦੇ। ਬਿਲਕੁਲ ਜੀ, ਬਹੁਤ ਮਨ ਖੁਸ਼ ਹੋਇਆ ਜੀ। ਹਾਂਜੀ, ਹਾਂ। ਤੇ ਫਿਰ ਜਦੋਂ ਸਤਸੰਗ ਖਤਮ ਹੋਇਆ ਤਾਂ ਇੱਕ ਦੇਖਣ ਵਾਲੀ ਚੀਜ਼ ਸੀਗੀ ਕਿ ਬਹੁਤ ਸਾਡੇ ਵੀਰ ਔਰ ਉੱਥੇ ਜੋ ਸਤਸੰਗ ਦੇ ਸਾਡੇ ਭੈਣਾਂ ਆਈਆਂ ਹੋਈਆਂ ਸੀਗੀਆਂ, ਉਹਨਾਂ ਨੇ ਆ ਕੇ ਸਾਡੇ ਨਾਲ ਜੋ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦਾ ਉਹ ਪ੍ਰੋਗਰਾਮ ਦੇਖਦੇ ਆ, ਪ੍ਰੋਗਰਾਮ ਦੇਖਦੇ। ਹਾਂਜੀ, ਔਰ ਉਹਨਾਂ ਨੇ ਸਾਨੂੰ ਥੋੜ੍ਹਾ ਜਿਹਾ, ਤੁਸੀਂ ਵੀ ਤੁਹਾਡੇ ਕੋਲ ਵੀ ਆਏ, ਉਸ ਦੇ ਬਾਰੇ ਦੱਸੋ ਕੁਝ। ਹਾਂਜੀ, ਦੇਖੋ ਪ੍ਰਧਾਨ ਜੀ, ਇਹ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹਾਂ, ਜੇ ਕਮਿਊਨਿਟੀ ਨੇ ਕੋਈ ਪਹਿਚਾਣ ਕੀਤੀ ਹੈ ਕਿ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਚੰਗਾ ਕੰਮ ਕਰ ਰਹੇ ਨੇ, ਉਹ ਧੰਨਵਾਦ ਅਸੀਂ ਕਾਂਚੀ ਟੀਵੀ ਦਾ ਕਰਨਾ ਚਾਹੁੰਦੇ, ਜਿਸ ਪਲੇਟਫਾਰਮ ਦੇ ਰਾਹੀਂ ਅਸੀਂ ਸੰਦੇਸ਼ ਦੇ ਸਕਦੇ। ਹਾਂਜੀ, ਕੋਲ ਲੈ ਲਈ ਜੀ। ਹੈਲੋ, ਹਾਂਜੀ, ਜੈ ਗੁਰਦੇਵ ਜੀ, ਕੌਣ ਬੋਲ ਰਹੇ ਜੀ? ਜੈ ਗੁਰਦੇਵ ਜੀ, ਅਮਰੀਕ ਜੀ, ਮੈਂ ਬਲਵੀਰ ਕਲੇਰ ਬੋਲਦਾ। ਹਾਂਜੀ ਹਾਂਜੀ, ਕਲੇਰ ਸਾਹਿਬ, ਬਲਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਭਰਾਵਾਂ ਨੂੰ ਜੈ ਗੁਰਦੇਵ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਚੰਗਾ। ਥੈਂਕ ਯੂ ਜੀ। ਤੇ ਆਪਣੀ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੰਦਾ ਹੈ। ਥੈਂਕ ਯੂ ਜੀ, ਥੈਂਕ ਯੂ। ਤੇ ਬਾਕੀ ਜਿੱਦਾਂ ਭਾਜੀ ਰਾਮ ਸਿੰਘ ਜੀ ਨੇ ਤੁਹਾਨੂੰ ਫੋਨ ਕੀਤਾ ਕਿ ਨਹੀਂ, ਹਾਂਜੀ, ਜਿਹੜਾ ਉਹਦੀ ਬੇਗਮਪੁਰਾ ਏਡ ਦਾ ਜਿਹੜਾ ਕੈਂਪ ਲਾਇਆ ਸੀ ਕਾਂਚੀ ਵਿੱਚ, ਹਾਂਜੀ, ਉਹਦੀ ਸ਼ਾਇਦ ਮੇਰੀ ਕਲਿੱਪਿੰਗ ਵੀ ਆਈ ਹੋਵੇ। ਹਾਂਜੀ, ਸਭ ਤੋਂ ਪ੍ਰੋਗਰਾਮ ਤਾਂ ਸਾਰਾ ਹੀ ਬਹੁਤ ਸੋਹਣਾ ਸੀਗਾ। ਹਾਂਜੀ, ਜਾਣੀ ਕਿ ਜਿੱਦਾਂ ਹੀ ਨਹੀਂ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਕਿ ਹਾਂਜੀ, ਉਹ ਅਨਬਲੀਵੇਬਲ ਸੀਗਾ ਤੇ ਪ੍ਰੋਫੈਸ਼ਨਲ ਸੀਗਾ। ਬਹੁਤ ਵਧੀਆ ਜੀ। ਔਰ 14-15 ਕਾਊਂਟਰ ਹੀ ਨਹੀਂ ਲਾਏ ਸੀਗੇ ਹਾਂਜੀ, ਦਵਾਈਆਂ ਦੇਣ ਵਾਸਤੇ। ਹਾਂਜੀ, ਤੇ ਲੋਕ ਵੀ ਲਾਈਨਾਂ 'ਚ ਲੱਗ ਕੇ ਦਵਾ ਲੈ ਰਹੇ ਸੀ। ਡੇ ਐਂਡ ਨਾਈਟ ਉਹ ਜਿਹੜਾ ਕੈਂਪ ਚੱਲ ਰਿਹਾ ਸੀਗਾ। ਬਹੁਤ ਵਧੀਆ ਜੀ। ਤੇ ਮੈਂ ਇਹਨਾਂ ਭਰਾਵਾਂ ਨੂੰ ਬੇਨਤੀ ਕਰੂੰਗਾ, ਜੇਕਰ ਉਹਦੀ ਵੀਡੀਓ ਇਹਦੀ ਬਣਾਈ ਆ ਤੇ ਜ਼ਰੂਰ ਕਾਂਚੀ ਟੀਵੀ ਨੂੰ ਭੇਜਣ ਤਾਂ ਕਿ ਆਪਾਂ ਲਾ ਸਕੀਏ। ਬਹੁਤ ਵਧੀਆ ਜੀ। ਤੇ ਮੈਂ ਇਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ, ਜਦੋਂ ਤੁਸੀਂ ਵੀ ਲੈ ਕੇ ਇਹਨਾਂ ਨੂੰ ਨਾਲ ਉਦੋਂ ਵੀ ਕੀਤੀ ਸੀ ਵੀ ਆਪਣੀ ਜਿਹੜੀ ਸੰਸਥਾ ਦਾ ਪ੍ਰੋਗਰਾਮ ਆ, ਹਾਂਜੀ, ਜਿਹੜਾ ਤੁਸੀਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਦਾ ਲਿਆਂਦਾ ਹੈ ਕਿ ਨਹੀਂ, ਹਾਂਜੀ, ਤੇ ਬੇਗਮਪੁਰਾ ਏਡ ਦਾ ਵੀ ਲਿਆਵੋ, ਜਿੱਦਾਂ ਆਪਣੇ ਸਾਡੇ ਕੋਲ ਜਿਹੜੇ ਕਰ ਰਹੇ ਸਾਡੇ ਲੋਕਾਂ ਨੂੰ ਅਵੇਅਰਨੈਸ ਹੋ ਸਕੇ। ਬਹੁਤ ਜੀ, ਹਾਂ, ਕਿ ਬਹੁਤ ਅਸੀਂ ਜੀ। ਕਿੱਥੇ ਕਿੱਥੇ ਕੀ ਕਰ ਸਕਦੇ ਆ। ਹਾਂਜੀ, ਹਾਂਜੀ, ਬਾਕੀ ਜਿਹੜੇ ਕੈਲੰਡਰ ਤੁਹਾਡਾ ਵਾਕਿਆ ਹੀ ਚਰਚਾ ਦੇ ਵਿੱਚ ਜਿੱਥੇ ਜਿੱਥੇ ਵੀ ਗਿਆ ਹੋਇਆ,
ਹਾਂਜੀ ਹਾਂਜੀ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਉਹਦੇ ਉੱਤੇ ਗਾਂਹ ਵੀ ਕੰਮ ਕਰਨ ਲਈ ਆਪਾਂ ਕੋਈ ਮੀਟਿੰਗ ਕਰੀਏ ਤਾਂ ਉਹਨੂੰ ਗਾਂਹ ਵਧਾਉਣ ਦੇ ਲਈ ਕੋਈ ਉਪਰਾਲੇ ਕਰੀਏ, ਹਾਂਜੀ ਤਾਂ ਕਿ ਕਿਤੇ ਉਹ ਆਪਣੀਆਂ ਫੋਟੋਆਂ ਨਾ ਰਹਿ ਜਾਣ, ਕਿਤੇ ਉਹਨੂੰ ਆਪਾਂ ਅਮਲੀ ਜਾਮਾ ਵੀ ਪਹਿਨਾਈਏ ਕਿਸੇ ਨੇ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ। ਤੇ ਤੁਹਾਡਾ ਇੱਥੇ ਆਉਣ ਦਾ ਜੋ ਵੀ ਪ੍ਰੋਗਰਾਮ ਕਰਦੇ ਆ, ਕਾਂਚੀ ਟੀਵੀ ਨੂੰ ਵੀ 4 ਦਿਨ ਲੱਗਦੇ ਆ, ਤੁਹਾਡਾ ਵੀ ਥੈਂਕ ਯੂ ਜੀ ਬਹੁਤ ਸਰ, ਚੰਗਾ ਪ੍ਰੋਗਰਾਮ ਹੈ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ। ਬਹੁਤ ਬਲਵੀਰ ਜੀ, ਇੱਕ ਮੈਂ ਗੱਲ ਇੱਥੇ ਜ਼ਰੂਰ ਕਹਿਣੀ ਚਾਹੁੰਦਾ। ਮੈਨੂੰ ਕਈ ਵਾਰੀ ਸਟੇਜ ਤੇ ਜਾਣ ਤੋਂ ਪਹਿਲਾਂ ਬਹੁਤ ਸਾਰੇ ਬੰਦੇ ਕਹਿ ਦਿੰਦੇ ਆ ਜੀ ਸਾਡਾ ਨਾਂ ਸਟੇਜ ਦੇ ਉੱਤੇ ਲੈ ਦਿਓ, ਤੇ ਮੈਂ ਇੱਕ ਗੱਲ ਅੱਜ ਲਾਈਵ ਟੈਲੀਵਿਜ਼ਨ ਤੇ ਕਹਿ ਰਿਹਾ, ਮੈਂ ਤੁਹਾਡੇ ਨਾਲ ਸ਼ਾਇਦ ਪਹਿਲਾਂ ਕਦੇ ਮਿਲਿਆ ਨਹੀਂ, ਆਪਾਂ ਕਦੇ ਇਕੱਠੇ ਨਹੀਂ ਬੈਠੇ, ਪਰ ਹੁਣ ਜਦੋਂ ਕਦਾ ਮੈਂ ਤੁਹਾਡੇ ਨਾਲ ਮਿਲਿਆ, ਮੈਂ ਟੈਲੀਵਿਜ਼ਨ ਤੇ ਇਹ ਗੱਲ ਕਹਿ ਰਿਹਾ ਕਿ ਬਲਵੀਰ ਕਲੇਰ ਜੀ ਇੱਕ ਇੱਦਾਂ ਦੇ ਇਨਸਾਨ, ਮੈਂ ਇਹਨਾਂ ਦੇ ਦਿਲ ਦੇ ਵਿੱਚ ਝਾਕ ਕੇ ਦੇਖਿਆ ਕਿ ਸਮਾਜ ਲਈ ਸੇਵਾ ਕਰਨ ਵਾਲੇ ਸੱਚੇ ਇਨਸਾਨ ਆ, ਜਿਹੜਾ ਕੰਮ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਇਸੇ ਤਰ੍ਹਾਂ ਤੁਹਾਡੀ ਡੈਡੀਕੇਸ਼ਨ, ਜਿਹੜਾ ਪਿਆਰ ਇਸੇ ਤਰ੍ਹਾਂ ਸਮਾਜ ਲਈ ਬਣਿਆ ਰਹੇ, ਤੇ ਜਿਹੜਾ ਕੋਈ ਬੰਦਾ ਕੰਮ ਕਰਨ ਵਾਲਾ ਉਹਨੂੰ ਹੌਸਲਾ ਬੜਾ ਮਿਲਦਾ ਜੀ, ਜਦੋਂ ਤੁਸੀਂ ਹੈ ਨਾ ਕਿ ਬਈ ਕਈ ਤਾਂ ਕਹਿ ਦਿੰਦੇ ਜੀ ਤੁਹਾਡਾ ਕੰਮ ਅਸੀਂ ਤੁਹਾਡੇ ਨਾਲ ਆ ਜੀ, ਪਰ ਜਦੋਂ ਟਾਈਮ ਆਉਂਦਾ ਉਦੋਂ ਨਹੀਂ ਹੁੰਦੇ, ਪਰ ਤੁਸੀਂ ਜਦੋਂ ਜਿਹੜੀ ਵੀ ਕਮਿਟਮੈਂਟ ਕੋਈ ਲੈਂਦੇ ਹੋ ਨਾ, ਉਹ ਵਧੀਆ ਹੁੰਦੀ ਆ, ਉਹਦੇ ਨਾਲ ਕਿਉਂਕਿ ਉਹ ਚੰਗੀ ਹੁੰਦੀ ਆ, ਤੁਸੀਂ ਨਾਲ ਖੜ ਕੇ ਉਹ ਕੰਮ ਕਰਾਉਂਦੇ ਹੋ। ਤੇ ਪ੍ਰਮਾਤਮਾ ਅੱਗੇ, ਅਕਾਲ ਪੁਰਖ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਵਿੱਚ ਉਹੀ ਪਿਆਰ ਤੇ ਸਤਿਕਾਰ, ਡੈਡੀਕੇਸ਼ਨ ਇਦਾਂ ਹੀ ਬਣੀ ਰਵੇ। ਜੋ ਮੈਂ ਦੇਖਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਇਦਾਂ ਦੇ ਇਨਸਾਨਾਂ ਦੀ ਲੋੜ ਹੈ ਜੀ। ਮਨੀਸ਼ ਦੀ ਇੱਕੋ ਗੱਲ ਮੈਂ ਕਹਿਣੀ ਚਾਹੁੰਦਾ ਆ। ਥੈਂਕ ਯੂ ਜੀ, ਧੰਨਵਾਦ। ਕਿ ਮੈਂ ਕੁਛ ਨਹੀਂ ਖਾਨੂੰ ਭਾਈ ਗੁਰੂ ਰਵਿਦਾਸ ਮਹਾਰਾਜ ਦੀ ਅਪਾਰ ਕਿਰਪਾ ਆ। ਥੈਂਕ ਯੂ ਜੀ। ਜਿੱਥੇ ਜਿੱਥੇ ਬਾਣੀ ਦੇ ਵਿੱਚ ਉਹਨੇ ਗੱਲ ਕਹੀ ਆ ਕਿ ਜਨ ਤੁਹਾਰੇ ਲਿਖੇ ਕਿ ਨਹੀਂ, ਵਾਹ ਜੀ ਵਾਹ। ਮੈਂ ਜਿੱਥੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਦੀ ਮੰਨਦਾ, ਮੈਂ ਇਹੀ ਚਾਹੁੰਦਾ ਹਾਂ ਕਿ ਜੇ ਮੈਨੂੰ ਜਨਮ ਮਿਲਿਆ ਤੇ ਵਾਕਿਆ ਮੈਨੂੰ ਇਹ ਚਰਨਾਂ ਦੇ ਲਿਖੇ ਲੱਗ ਜਾਵਾਂ। ਵਾਹ ਜੀ ਵਾਹ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ ਕਲੇਰ ਸਾਹਿਬ ਤੁਹਾਡਾ। ਹਾਂਜੀ ਸੈਕਟਰੀ ਸਾਹਿਬ। ਹਾਂਜੀ ਪ੍ਰਧਾਨ ਜੀ, ਦੇਖੋ ਪਹਿਲੇ ਤੇ ਸਾਡੇ ਸਤਿਕਾਰਯੋਗ ਬਲਵੀਰ ਕਲੇਰ ਹੋਣਾ ਦਾ ਧੰਨਵਾਦ ਹੈ, ਅਤੇ ਇਹਦੇ ਨਾਲ ਨਾਲ ਪੂਰੀ ਕਾਂਚੀ ਟੀਵੀ ਦੀ ਟਰਸਟੀਜ਼ ਦੀ ਟੀਮ, ਹਾਂਜੀ, ਟੈਕਨੀਕਲ ਟੀਮ ਨੂੰ, ਹੋਰ ਜਿਹੜੇ ਇਹ ਕਾਂਚੀ ਟੀਵੀ ਨੂੰ ਚਲਾਉਣੇ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ, ਸਾਰਿਆਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਵਿਰਾਸਤੀ ਹੈਰੀਟੇਜ ਫਾਊਂਡੇਸ਼ਨ ਨੂੰ ਇਹ ਪਲੇਟਫਾਰਮ ਤੇ ਆਉਣੇ ਦਾ ਮੌਕਾ ਦਿੱਤਾ, ਜਿਸ ਦੇ ਜ਼ਰੀਏ ਅਸੀਂ ਆਪਣੀ ਕਮਿਊਨਿਟੀ ਦੇ ਨਾਲ, ਬਾਹਰਲੀ ਕਮਿਊਨਿਟੀ ਦੇ ਨਾਲ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਲਾਈਫ ਟਾਈਮ ਅਤੇ ਫਿਲੋਸਫੀ ਦਾ ਹਿੱਸਾ ਪਾ ਸਕਦੇ ਹਾਂ। ਸੋ ਗੱਲ ਮੈਂ ਇਹ ਕਰ ਰਿਹਾ ਸੀ ਪ੍ਰਧਾਨ ਜੀ ਕਿ ਦੇਖੋ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਦੋਂ ਉਹਨਾਂ ਦੀ ਆਪਾਂ ਗੱਲ ਦੇਖਦੇ ਹਾਂ, ਹੁਣ ਪਹਿਲੇ ਜਿਹੜੇ ਆਪਾਂ ਖੋਲ ਆਏ, ਉਹਨਾਂ ਨੇ ਉਹ ਮੁਸ਼ਕਲਾਂ ਦਾ ਸਾਹਮਣਾ ਟੇਬਲ ਤੇ ਰੱਖੀਆਂ, ਕਿਸੇ ਵੀ ਮੁਸ਼ਕਲਾਂ ਕੀ ਆ ਰਹੀਆਂ ਸਾਨੂੰ, ਉਹ ਉਸ ਸਮੇਂ ਵੀ ਸੀ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਕ ਉਹ ਯੁੱਧ ਲੜਿਆ, ਬਿਨਾਂ ਹਥਿਆਰ ਤੋਂ ਯੁੱਧ ਲੜਿਆ, ਔਰ ਉਹਨਾਂ ਨੇ ਇੱਕ ਇਨਕਲਾਬ ਲਿਆਂਦਾ, ਉਹ ਜਿਹੜਾ ਸੀ ਉਹ ਨੌਨ ਵਾਇਲੈਂਸ ਦਾ ਇਨਕਲਾਬ ਲਿਆਂਦਾ, ਔਰ ਇਨਸਾਨ ਦੀ ਸੋਚ ਨੂੰ ਬਦਲਣੇ ਦਾ ਇਨਕਲਾਬ ਲਿਆਂਦਾ। ਤੇ ਦੇਖੇ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਬਰਾਬਰਤਾ ਦੇ ਹੋਕਾ ਦਿੱਤਾ ਕਿ ਇਨਸਾਨ ਸਾਰੇ ਬਰਾਬਰ ਦਾ, ਉਹਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਰਿਸਪੈਕਟ ਦਾ ਵੀ ਦਿੱਤਾ ਹੈ ਕਿ ਹਰੇਕ ਇਨਸਾਨ ਨੂੰ ਰਿਸਪੈਕਟ ਮਿਲਣੀ ਚਾਹੀਦੀ ਹੈ। ਉਸ ਤੋਂ ਅੱਗੇ ਚੱਲ ਕੇ ਉਹਨਾਂ ਨੇ ਇੱਕ ਡਿਗਨਿਟੀ ਵੀ ਦਿੱਤੀ ਹੈ ਕਿ ਹਰੇਕ ਇਨਸਾਨ, ਐਵਰੀ ਹਿਊਮਨ ਬੀਇੰਗ ਹੈਜ਼ ਦ ਰਾਈਟ ਟੂ ਲਿਵ ਅ ਡਿਗਨੀਫਾਈਡ ਲਾਈਫ, ਜਿੱਥੇ ਅਸੀਂ ਬਿਲਕੁਲ ਬਰਾਬਰ ਹੋ ਕੇ ਜੀ ਸਕੀਏ। ਡਿਗਨੀਫਾਈਡ ਕਿਉਂ? ਕਿਉਂਕਿ ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ। ਹਾਂਜੀ, ਅਸੀਂ ਜੇ ਉਸ ਪਰਮਾਤਮਾ ਦੀ ਰਿਸਪੈਕਟ ਕਰਦੇ ਹਾਂ, ਜਿਹੜਾ ਪਰਮਾਤਮਾ ਤੁਹਾਡੇ ਅੰਦਰ ਵਸ ਰਿਹਾ, ਉਧਰਾਂ ਦੇ ਅੰਦਰ ਵਸਦਾ, ਮੈਂ ਉਹਦੀ ਵੀ ਰਿਸਪੈਕਟ ਕਰਾਂ, ਤਾਂ ਮੇਰੀ ਰਿਸਪੈਕਟ ਹੋਣੀ ਆ। ਸੋ ਇਹੋ ਜਿਹੜੀ ਰਿਚੁਅਲਸ ਦੇ ਵਿੱਚ, ਜਿਹੜੀ ਰੀਤਾਂ ਰਿਵਾਜ਼ਾਂ ਦੇ ਵਿੱਚ ਬੱਝੀ ਹੋਈ ਸਮਾਜ ਸੀ ਉਸ ਸਮੇਂ ਦਾ, ਉਹਨਾਂ ਨੇ ਕਿਹਾ ਰੀਤਾਂ ਰਿਵਾਜ਼ਾਂ ਦੇ ਵਿੱਚ ਸਾਨੂੰ ਕੁਛ ਨਹੀਂ ਮਿਲਣੇ ਵਾਲਾ, ਜੇ ਮਿਲਣਾ ਹੈ ਤਾਂ ਉਸ ਪਿਤਾ ਪਰਮਾਤਮਾ ਦੇ ਨਾਲ ਮਿਲ ਕੇ ਤੈਨੂੰ ਮਿਲਣਾ ਹੈ। ਔਰ ਸਤਿਗੁਰੂ ਰਵਿਦਾਸ ਜੀ ਨੇ ਹਮੇਸ਼ਾ ਹੀ ਜਾਤ ਪਾਤ ਦਾ ਖੰਡਨ ਕੀਤਾ ਹੈ। ਔਰ ਪ੍ਰਧਾਨ ਜੀ, ਆਪਾਂ ਇਹ ਕਦੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਸਮੇਂ ਦੇ ਵਿੱਚ ਜਿੱਥੇ ਉਹਨਾਂ ਦਾ ਉਸ ਧਾਰਮਿਕ ਠੇਕੇਦਾਰਾਂ ਦਾ ਕਿੰਨਾ ਉਹਨਾਂ ਦਾ ਕੰਟਰੋਲ ਸੀ, ਕਿੰਨੀ ਉਹਨਾਂ ਦੀ ਤਾਕਤ ਸੀ, ਕਿੰਨਾ ਉਹਨਾਂ ਦਾ ਜ਼ੋਰ ਚੱਲਦਾ ਸੀ, ਉਹਨਾਂ ਦੇ ਸਾਹਮਣੇ ਤਾਂ ਕੋਈ ਅੱਖ ਨਹੀਂ ਚੱਕ ਕੇ ਦੇਖਦਾ। ਔਰ ਸਤਿਗੁਰੂ ਸਾਹਿਬ ਜੀ ਨੇ ਸ਼ਰੇਆਮ ਇਹਨਾਂ ਚੀਜ਼ਾਂ ਨੂੰ ਗਲਤ ਕਿਹਾ, ਕਿੰਨੀ ਹਿੰਮਤ ਰੱਖੀ, ਇਹ ਬਹੁਤ ਵੱਡੀ ਗੱਲ ਹੈ। ਸੈਕਟਰੀ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਆ, ਉਹ ਪ੍ਰਭੂ ਪਰਮਾਤਮਾ ਉਹ ਇਹੋ ਜਿਹਾ ਨਹੀਂ ਆ। ਇਹ ਤਾਂ ਸਾਡੇ ਵਰਗੇ ਜਿਹੜੇ ਲੋਕ, ਉਹਨਾਂ ਨੇ ਇਹ ਜੀ ਸਭ ਕੁਛ ਸਿਸਟਮ ਚਲਾਏ ਆ।
ਤੇ ਉਸ ਦਾ ਕਰਕੇ ਸਾਰੇ ਸੰਸਾਰ ਦੇ ਵਿੱਚ ਬਹੁਤ ਲੋਕਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂਜੀ ਪ੍ਰਧਾਨ ਜੀ, ਸਾਡੇ ਗੁਰਦਿਆਲ ਬੰਗਾ ਜੀ ਸਾਡੇ ਵਿਚਾਰਾਂ ਤੋਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੂੰ ਵਿਚਾਰਾਂ ਤੋਂ ਖੁਸ਼ ਹੋ ਕੇ 25 ਪਾਉਂਡ ਉਹ ਡੋਨੇਟ ਕਰ ਰਹੇ ਹਨ। ਧੰਨਵਾਦ। ਹਾਂਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਗੱਲ ਕਰ ਰਹੇ ਸੀ ਕੋਵੈਂਟਰੀ ਗੁਰੂ ਘਰ ਦੀ, ਜਿੱਥੇ ਸੰਗਤਾਂ ਦੇ ਜਿਹੜੇ ਪਿਆਰ ਤੇ ਸਤਿਕਾਰ ਨੇ ਸਾਨੂੰ ਸਾਡੇ ਵਿੱਚ ਇੱਕ ਹੌਸਲਾ ਭਰਿਆ ਤੇ ਸਾਨੂੰ ਅਸੀਂ ਕਈ ਵਾਰੀ ਬੈਠੇ ਇੱਥੇ ਸੋਚਦੇ ਹੁੰਦੇ ਆ ਕਿ ਅਸੀਂ ਆਪਸ ਵਿੱਚ ਹੀ ਗੱਲਾਂ ਕਰਦੇ ਆ, ਪਰ ਸਾਨੂੰ ਪਿਛਲੇ ਹਫਤੇ ਕੋਵੈਂਟਰੀ ਗੁਰੂ ਘਰ ਜਾ ਕੇ ਪਤਾ ਲੱਗਿਆ ਕਿ ਹਰੇਕ ਇਨਸਾਨ ਲੱਗਦਾ ਸੀ ਸਾਨੂੰ ਕਿ ਸਾਡਾ ਪ੍ਰੋਗਰਾਮ ਦੇਖ ਰਿਹਾ। ਜਿਹਨੇ ਵੀ ਸਾਨੂੰ ਦੇਖਿਆ ਉਹਨੇ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ। ਅਸੀਂ ਉਹਨਾਂ ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਸਾਨੂੰ ਹੁਣ ਹੌਸਲਾ ਸਾਨੂੰ ਦੂਣ ਸਵਾਇਆ ਹੋਇਆ, ਕਿਉਂਕਿ ਇਹ ਨਾ ਲੱਗੇ ਕਿ ਅਸੀਂ ਆਪਸ ਵਿੱਚ ਹੀ ਗੱਲਾਂ ਕਰਕੇ ਚਲੇ ਜਾਂਦੇ ਹਾਂ, ਆਪਣੇ ਗੁਰੂ ਮਹਾਰਾਜ ਦੇ ਜੀਵਨ ਬਾਰੇ, ਉਹਦੀ ਗੁਰਬਾਣੀ ਬਾਰੇ ਦੱਸ ਕੇ ਚਲੇ ਜਾਂਦੇ ਹਾਂ। ਪਰ ਹੁਣ ਜਿਹੜੀ ਅਵੇਅਰਨੈਸ, ਜਿਹੜੀ ਸੋਚ ਅੱਗੇ ਵਧਣ ਵਾਲੀ ਆ, ਅਗਲੇ ਸਟੈਪ ਤੇ ਜਾਣ ਵਾਲੀ, ਉਹ ਆਉਣੇ ਵਾਲੀ ਹੈ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਸਾਡੇ ਕੋਲੋਂ ਪੁੱਛਣਾ ਕਿ ਸਾਨੂੰ ਕੁਛ ਦਿਖਾਓ ਕਿ ਗੁਰੂ ਮਹਾਰਾਜ ਦਾ ਜੀਵਨ ਕਿਹੋ ਜਿਹਾ ਸੀ, ਉਹਨਾਂ ਨੇ ਕਿਹੋ ਜਿਹੀ ਜੀਵਨ ਜੀਆ, ਕਿਹੋ ਜਿਹੀ ਜ਼ਿੰਦਗੀ ਸੀ। ਅਸੀਂ ਇਹ ਦੱਸ ਚੁੱਕੇ ਹਾਂ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 151 ਸਾਲ ਦੀ ਜੀਵਨ ਦਾ ਇਤਿਹਾਸ ਸਿਰਫ ਕਾਂਚੀ ਬਨਾਰਸ ਤੱਕ ਸੀਮਿਤ ਨਹੀਂ, ਕਿ ਉਹ ਕਾਂਚੀ ਦੇ ਵਿੱਚ ਹੀ ਬੈਠੇ ਰਹੇ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਭਾਰਤ ਦੇਸ਼ ਦਾ ਭਰਮਣ ਕੀਤਾ। ਉਹ ਤਕਰੀਬਨ ਹਰੇਕ ਥਾਂ ਤੇ ਗਏ, ਨਾਲ ਦੇ ਮੁਲਕਾਂ ਵਿੱਚ ਵੀ ਗਏ। ਅੱਜ ਖੁਸ਼ੀ ਦੀ ਗੱਲ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰ ਲਈਏ ਕਿ ਨਾਲ ਦੇ ਸਾਡੇ ਗੁਆਂਢੀ ਮੁਲਕ ਬੰਗਲਾਦੇਸ਼, ਢਾਕਾ ਯੂਨੀਵਰਸਿਟੀ ਤੋਂ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੂੰ ਇੱਕ ਸੈਮੀਨਾਰ ਕਰਨ ਦਾ ਜਿਹੜਾ ਇਨਵੀਟੇਸ਼ਨ ਆ ਚੁੱਕਾ, ਕਿਉਂਕਿ ਇਹਦੇ ਵਿੱਚ ਸਾਨੂੰ ਲੱਗਦਾ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ। ਜਿਹੜਾ ਸੈਮੀਨਾਰ ਦਿੱਲੀ ਵਿੱਚ ਹੋਇਆ, ਸੈਕਟਰੀ ਸਾਹਿਬ ਉੱਥੇ ਬੈਠਿਆਂ ਕੁਝ ਬੰਦਿਆਂ ਨੇ ਉਹ ਸੈਮੀਨਾਰ ਲਾਈਵ ਦੇਖਿਆ। ਬਿਲਕੁਲ ਦੇਖਿਆ ਜੀ। ਹਾਂਜੀ। ਤੇ ਉਹਨਾਂ ਨੇ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੂੰ ਢਾਕਾ ਬੰਗਲਾਦੇਸ਼ ਵਿੱਚ ਇਨਵਾਈਟ ਕੀਤਾ। ਅਸੀਂ ਛੇਤੀ ਉਹਨਾਂ ਦੀ ਜਿਹੜੀ ਈਮੇਲ ਹੈ ਉਹਦਾ ਜਵਾਬ ਦੇ ਕੇ ਅਸੀਂ ਉੱਥੇ ਜਾਣ ਦਾ ਇਹ ਸੈਮੀਨਾਰ ਜਿਹੜਾ ਉੱਥੇ ਕਰਨ ਜਾਵਾਂਗੇ, ਗੁਰੂ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ, ਕਿ ਉੱਥੇ ਇਹ ਗੱਲ ਜ਼ਰੂਰ ਹੋਏਗੀ। ਢਾਕਾ ਯੂਨੀਵਰਸਿਟੀ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਆਫਿਸਰ ਹਨ, ਹਾਂਜੀ, ਉਹਨਾਂ ਨੇ ਇਹ ਸਿਫਤ ਕੀਤੀ ਹੈ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹਾਂ। ਹਾਂਜੀ। ਔਰ ਉਹਨਾਂ ਨੇ ਕਿਹਾ ਕਿ ਉਹ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੂੰ ਚਾਹੁੰਦੇ ਆ ਕਿ ਢਾਕਾ ਯੂਨੀਵਰਸਿਟੀ ਦੇ ਵਿੱਚ ਇਹ ਸੈਮੀਨਾਰ ਕੀਤਾ ਜਾਵੇ। ਵਾਹ ਜੀ ਵਾਹ। ਔਰ ਇਹ ਅੱਜ ਬੜੀ ਖੁਸ਼ੀ ਦੇ ਨਾਲ ਸੰਗਤਾਂ ਦੇ ਨਾਲ ਸਾਂਝੀ ਕਰਦੇ ਜਾਈਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਹਿਸਟਰੀ ਉਸ ਇਲਾਕੇ ਦੇ ਵਿੱਚ ਹੈ। ਉਸ ਸਮੇਂ ਬੰਗਲਾਦੇਸ਼ ਨਹੀਂ ਸੀ, ਪਰ ਉਸ ਇਲਾਕੇ ਦੇ ਵਿੱਚ ਜਦੋਂ ਭਾਰਤ ਸੀ, ਉਸ ਸਮੇਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਉੱਥੇ ਗਏ ਹਨ। ਉਹਨਾਂ ਨੇ ਵੀ ਇਸ ਚੀਜ਼ ਨੂੰ ਬੜੀ ਚਾਵਾਂ ਦੇ ਨਾਲ ਇਨਵਾਈਟ ਕੀਤਾ ਹੈ। ਸੋ ਆਓ ਆਪਾਂ ਮਿਲ ਕੇ ਇਹ ਵੀ ਉਹਨਾਂ ਦੀ ਇੱਛਾ ਦੇ ਨਾਲ ਆਪਾਂ ਸਪੋਰਟ। ਸੈਕਟਰੀ ਸਾਹਿਬ, ਉਹ ਪਿਛਲੇ ਐਤਵਾਰ ਦੀ ਮੈਂ ਇੱਕ ਜ਼ਰੂਰੀ ਸਾਡੇ ਆਦਰਨੀय ਜੋਸ਼ੀ ਰਾਮ ਜੀ, ਹਾਂਜੀ, ਉਹ ਸਤਸੰਗ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਹਾਂਜੀ। ਤੇ ਉਹਨਾਂ ਨੇ ਜੋ ਆਪਾਂ ਜੋ ਕੰਮ ਕਰ ਰਹੇ ਹਾਂ ਫਾਊਂਡੇਸ਼ਨ ਦੇ ਰਾਹੀਂ ਸਤਿਗੁਰਾਂ ਦੀ ਸਾਰੇ ਜੀਵਨ ਦੀ ਖੋਜ ਤੇ, ਉਹਨਾਂ ਨੇ ਇਸ ਨੂੰ ਬੜਾ ਐਪਰੀਸ਼ੀਏਟ ਕੀਤਾ। ਔਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ 100% ਸਪੋਰਟ ਤੁਹਾਨੂੰ ਕਰਾਂਗੇ, ਇਹ ਜੋ ਤੁਸੀਂ ਕੰਮ ਕਰ ਰਹੇ। ਔਰ ਇਸ ਦੀ ਮੈਂ ਸਾਰੀ ਟੀਮ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਔਰ ਬੜੀ ਖੁਸ਼ੀ ਹੋਈ। ਔਰ ਇੱਕ ਹੋਰ ਜ਼ਰੂਰੀ ਗੱਲ ਜਿਹੜੀ ਸਾਡੇ ਸਾਰਿਆਂ ਲਈ, ਸਾਡੇ ਸਾਰੇ ਸਮਾਜ ਜਿਹੜੇ ਆ ਉਹਨਾਂ ਲਈ ਹੈ ਕਿ ਸਾਨੂੰ ਜਿਹੜੇ ਸਾਡੇ ਬੱਚੇ ਹਨ, ਜਦੋਂ ਛੋਟੇ ਹੁੰਦੇ ਹਨ, ਉਹਨਾਂ ਨੂੰ ਸਾਡੇ ਜੋ ਸਾਡਾ ਵਿਰਸਾ ਹੈ, ਖਾਸ ਕਰਕੇ ਸਾਡੇ ਜੋ ਸੰਤ ਮਹਾਤਮਾ ਹਨ, ਉਹਨਾਂ ਦੇ ਬਾਰੇ ਦੱਸਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਛੋਟੇ ਬੱਚਿਆਂ ਦੇ ਦਿਮਾਗ ਦੇ ਜਿਹੜੀ ਗੱਲ ਇੱਕ ਵਾਰੀ ਬੈਠ ਜਾਵੇਗੀ, ਉਹ ਭਾਵੇਂ ਜਿੰਨੀ ਮਰਜ਼ੀ ਉਹਨਾਂ ਦੀ ਉਮਰ ਹੋ ਜਾਏ, ਉਹ ਹਮੇਸ਼ਾ ਉਹ ਰਹੇਗੀ, ਉਹ ਕਿਤੇ ਨਹੀਂ ਜਾਵੇਗੀ। ਇਹ ਸਾਡੇ ਲਈ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਥੋੜ੍ਹਾ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਦੱਸੀਏ ਕਿ ਦੇਖੋ, ਸਾਰੇ ਲੱਖਾਂ ਕਰੋੜਾਂ ਲੋਕ ਸਾਡੇ ਸੰਤ ਮਹਾਤਮਾ ਜੋ ਹਨ ਉਹਨਾਂ ਦੇ ਪ੍ਰਸ਼ੰਸਾ ਕਰਦੇ ਹਨ, ਅਤੇ ਸਾਡੇ ਬੱਚੇ ਵੀ ਫਿਰ ਉਹ ਸੋਚ ਜਿਹੜੀ ਆ
ਉਹਨਾਂ 'ਚ ਵੀ ਆ ਜਾਏਗੀ। ਪ੍ਰਧਾਨ ਜੀ, ਜਿਹੜਾ ਕੋਈ ਕੰਮ ਸ਼ੁਰੂ ਕਰਨਾ ਹੋਵੇ ਨਾ, ਉਹ ਬਿਲਕੁਲ ਔਖਾ ਹੁੰਦਾ। ਜਦੋਂ ਲੋਕ ਮਿਲ ਕੇ ਨਾਲ ਤੁਰ ਪੈਣ ਤਾਂ ਫਿਰ ਉਹ ਕੰਮ ਜਿਹੜਾ ਸੌਖਾ ਹੋ ਜਾਂਦਾ, ਕਿਉਂਕਿ ਇਹ ਕੋਈ ਵੀ ਕੰਮ ਕਰਨਾ ਕੋਈ ਸੌਖਾ ਨਹੀਂ ਹੁੰਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਹਨ, ਕਬੀਰ ਕਸੌਟੀ ਰਾਮ ਕੀ, ਬਿਰਲਾ ਟਿਕੇ ਹੀ ਕੋਏ, ਰਾਮ ਕਸੌਟੀ ਜੋ ਟਿਕੇ ਸੋ ਮਰ ਜੀਵਾ ਹੋਏ। ਜਿਹੜਾ ਉਸ ਕਾਲਪੁਰਖ ਪ੍ਰਮਾਤਮਾ ਦੀ ਪਰਖ ਤੇ ਟਿਕ ਜਾਂਦਾ ਬੰਦਾ, ਉਹ ਇਨਕਲਾਬੀ ਹੁੰਦਾ। ਇਨਕਲਾਬੀ ਲੋਕ ਇੱਕ ਵਾਰੀ ਗੱਲ ਕਰ ਚੁੱਕੇ ਆ ਵੀ ਘੱਟੇ ਹੀ ਹੁੰਦੇ ਆ। ਆਪਾਂ ਸਾਰਿਆਂ ਨੇ ਆਪਾਂ ਇਨਕਲਾਬੀ ਬਣਨਾ, ਇਨਕਲਾਬੀ ਬਣ ਕੇ ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਕੰਮ ਕਰਨਾ, ਗੁਰੂ ਮਹਾਰਾਜ ਦੇ ਜੀਵਨ ਨੂੰ ਸਾਰਿਆਂ ਦੇ ਅੱਗੇ ਲੈ ਕੇ ਆਉਣਾ। ਹਾਂਜੀ ਸੈਕਟਰੀ ਸਾਹਿਬ। ਬਿਲਕੁਲ ਜੀ, ਦੇਖੋ ਇਹ ਜੋ ਕੰਮ ਰਲ ਮਿਲ ਕੇ ਹੁੰਦੇ ਨੇ ਉਹਨਾਂ ਦੀ ਪਹਿਲੀ ਹੁੰਦੀ ਹੈ। ਇਹ ਜਿਹੜਾ ਕੰਮ ਬ੍ਰਿਟਿਸ਼ ਵਿਰਾਸਤ ਹੈਰੀਟੇਜ ਫਾਊਂਡੇਸ਼ਨ ਨੇ ਸ਼ੁਰੂ ਕੀਤਾ ਹੈ, ਕਰਨੇ ਨੂੰ ਕੋਈ ਇੱਕ ਪੁਰਸ਼ ਕਰ ਸਕਦਾ ਸੀ, ਉਹ ਫਾਈਨੈਂਸ਼ਲੀ ਵੀ ਕਰ ਸਕਦਾ ਸੀ, ਪਰ ਇਹ ਰਲ ਮਿਲ ਕੇ ਹੀ ਵਧੀਆ ਹੋਵੇਗਾ। ਹਾਂਜੀ ਪ੍ਰਧਾਨ ਜੀ। ਹਾਂਜੀ, ਸਾਡਾ ਸਮਾਂ ਹੋ ਗਿਆ ਹੈ। ਅਗਲੇ ਹਫਤੇ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਮੁਲਾਕਾਤ ਕਰਾਂਗੇ। ਜੈ ਗੁਰਦੇਵ। ਜੈ ਗੁਰਦੇਵ।